तरीफां अल्लाह ताला दियां, सारी इज्जतां अल्लाह ताला दियां, हमेशा तू ते हमेशा तक। अज दी जिहड़ी साडी लिटरेरी एक्टिविटी है ओहदा मकसद जिहड़ा है वो पंजाब दी रूह नूं उजागर करना है। ਇਹ सोहनी धरती है, ਇਹਦੀ सोहनी ਜ਼ਬਾਨ है ते सोहने लोकी ने। मैं चाहना वा कि मैं डॉक्टर तमसील साहब ਨੂੰ ਦਾਵਤ ਦੇਵਾਂ ਕਿ ਉਹ ਸਾਡੇ ਪੰਜਾਬ ਦੇ ਕਲਚਰ ਦੇ ਬਾਰੇ 'ਚ ਦੱਸਣ, ਲੇਕਿਨ ਉਸ ਤੋਂ ਪਹਿਲਾਂ ਜਿਹੜੀ ਸਾਰਿਆਂ ਤੋਂ ਅਹਿਮ ਚੀਜ਼ ਹੈ ਜਿਹਦੇ ਬਗੈਰ ਕੋਈ ਵੀ ਐਕਟੀਵਿਟੀ ਜਿਹੜੀ ਹੈ ਉਹ ਤਕਮੀਲ ਤੇ ਨਹੀਂ ਜਾ ਸਕਦੀ ਤੇ ਨਾ ਹੀ ਸ਼ੁਰੂ ਕੀਤੀ ਜਾ ਸਕਦੀ ਹੈ, ਉਹ ਹੈ ਅੱਲਾਹ ਤਾਲਾ ਦੇ ਪਾਕ ਕੁਰਾਨ ਮਜੀਦ ਦੀ ਤਲਾਵਤ। ਉਹਦੇ ਵਾਸਤੇ ਮੈਂ ਤਲਾ ਅਨਵਰ ਸਾਹਿਬ ਨੂੰ ਇਨਵਾਈਟ ਕਰਾਂਗਾ ਕਿ ਪਲੀਜ਼ ਆ ਕੇ कुरान मजीद की तिलावत करें। औज़ु बिल्लाहि मिनश शैतानिर रजीम, बिस्मिल्लाहिर रहमानिर रहीम, यासीन वल कुरानिल हकीम, इन्नका लमिनल मुरसलीन अला सिरातिम मुस्तकीम, तंजीलुल अज़ीज़िर रहीम, लितुन्ज़िर कौमम मा उन्ज़िर आबाउहुम फहुम गाफिलून, लक़द हक़्क़ल क़ौलु अला अक्सरिहिम फहुम ला युमिनून, इन्ना जअलना फी अअनाकिहिम अग़लालन फ़हिय इलल अज़क़ानि फ़हुम मुक़महून, वजअलना मिन बैनि अयदीहिम सद्दन फ़अग़शयनाहुम फ़हुम ला युबसिरून। सदक़ल्लाहुल अज़ीम। जज़ाकल्लाह। जज़ाकल्लाह। कुरान मजीद की तलावत तो बाद सब तो अहम काम जिहड़ा हुंदा है वो है हजूर सल्लल्लाहु अलैहि वसल्लम की तारीफ बयान करना। इस तो बगैर साडा दीन मुकम्मल ही नहीं हो सकता। मैं हुण दरख्वास्त करांगा मैडम अतिया कोलों कि आके हजूर सल्लल्लाहु अलैहि वसल्लम की तारीफ बयान करन ते नात शरीफ अज सिख मित्रां दी वधेरी क्यों जिंदड़ी उदास घनेरी लू लू विच शौक चंगेरी अज नैना मिलाया क्यों झड़ियां इस सूरत नू मैं जाना खा के जाने जहाना खा सच आखा ते रब दी मैं शान आखा जिस शान तो शाना सब बनिया अज सिख मित्रां दी वधेरी क्यों जिंदड़ी उदास घनेरी सुबहानल्लाह 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 मा अजमला का मा अहसना का मा अकमला का किथे मेरे अली किथे तेरी सना किथे मेरे अली किथे तेरी सना गुस्ताख अखियां किथे जालनियां अज सिख मित्रां दी वधेरी क्यों जिंदड़ी उदास घनेरी लू लू विच शौक
ਸੁਭਾਨ ਅੱਲਾਹ, ਮਾਸ਼ਾਅੱਲਾ। ਅਸੀਂ ਲੋਕੀ ਸਾਰੇ ਜਿੱਡੇ ਵੀ ਪੜ੍ਹ ਲਿਖ ਜਾਈਏ, ਜਿੱਡੇ ਵੀ ਵੱਡੇ ਵੱਡੇ ਅਫਸਰ ਬਣ ਜਾਈਏ, ਅਮਰੀਕਾ ਤੁਰ ਜਾਈਏ ਜਾਂ ਕੈਨੇਡਾ ਤੁਰ ਜਾਈਏ, ਸਾਡੀਆਂ ਜੜ੍ਹਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਹੀ ਨੇ। ਤੇ ਇਹ ਜ਼ਬਾਨ ਜਿਹੜੀ ਹੈ ਸਾਡੀ ਮਾਂ ਬੋਲੀ ਹੈ, ਤੇ ਇਸ ਦੀ ਅਹਿਮੀਅਤ ਵਾਸਤੇ ਅਸੀਂ ਇਹ ਦਿਨ ਮਨਾਉਂਦੇ ਹਾਂ। ਤੇ ਮੈਂ ਡਾਕਟਰ ਤਮਸੀਲ ਅਬਾਸ ਨੂੰ ਰਿਕੁਐਸਟ ਕਰਨਾ ਕਿ ਇਸ ਦਿਨ ਦੇ ਬਾਰੇ 'ਚ ਕਲਚਰ ਡੇ ਅਸੀਂ ਕਿਉਂ ਮਨਾਉਂਦੇ ਹਾਂ, ਇਹਦੇ ਬਾਰੇ 'ਚ ਥੋੜ੍ਹੀ ਰੋਸ਼ਨੀ ਪਾਉਣ ਤੇ ਸਾਨੂੰ ਉਸ ਤੋਂ ਮੁਸਤਫੀਦ ਕਰਨ। ਸਜਣੋ ਤੇ ਮਿੱਤਰੋ, ਤੁਹਾਨੂੰ ਸਾਰਿਆਂ ਨੂੰ ਡਾਕਟਰ ਤਮਸੀਲ ਦਾ ਸਲਾਮ। ਹਰ ਕੌਮ ਆਪਣੀ ਸਕਾਫਤ ਤੇ ਮਾਣ ਕਰਦੀ ਹੈ ਤੇ ਪੰਜਾਬ ਦੇ ਵਾਸੀ ਵੀ ਆਪਣੀ ਸਕਾਫਤ ਨਾਲ ਗੋੜਾ ਪਿਆਰ ਕਰਦੇ ਨੇ। ਤੁਸੀਂ ਸਕਾਫਤ ਦੀ ਅਹਿਮੀਅਤ ਦਾ ਅੰਦਾਜ਼ਾ ਜਾਰਜ ਆਰਵੈਲ ਦੀ ਇਸ ਕਹਾਵਤ ਤੋਂ ਲਾ ਲਵੋ ਕਿ ਅਗਰ ਕਿਸੇ ਕੌਮ ਕੋ ਤੁਸੀਂ ਬਰਬਾਦ ਕਰਨਾ ਹੋਵੇ ਤੇ ਉਹਦੇ ਕੋਲੋਂ ਉਹਦੀ ਸਕਾਫਤ ਤੇ ਤਾਰੀਖ ਦਾ ਇਲਮ ਖੋਲੋ। ਇਹ 5 ਦਰਿਆਵਾਂ ਦੀ ਸਰਜ਼ਮੀਨ ਆਪਣੀ ਉੱਚੀ ਤੇ ਸੁੱਚੀ ਸਕਾਫਤ ਪਾਰੋਂ ਇੱਕ ਖਾਸ ਮਕਾਮ ਰੱਖਦੀ ਹੈ। ਪੰਜਾਬ ਦੀ ਰਹਿਤਰ ਦੁੱਲੇ ਦੀ ਸ਼ਾਨ ਤੇ ਬੁੱਲੇ ਦੀ ਕਾਫੀ ਹੈ। ਇਹ ਰਾਂਝੇ ਦੀ ਵੰਜਲੀ ਤੇ ਹੀਰ ਦੇ ਸੁੱਚੇ ਇਸ਼ਕ ਦੀ ਸਹੁੰ ਹੈ। ਇਹ ਅਹਿਮਦ ਖਰਲ ਦੀ ਲਲਕਾਰ ਤੇ ਭਗਤ ਸਿੰਘ ਜਿਹੇ ਸੂਰਮੇ ਦੀ ਸ਼ਾਨ ਹੈ। ਇਹ ਸੁਲਤਾਨ ਬਾਹੂ ਦੀ ਰੂਹ ਤੇ ਮੀਆਂ ਮੁਹੰਮਦ ਬਖਸ਼ ਦੀ ਸੈਫੁਲ ਮਲੂਕ ਹੈ। ਇਹ ਵਾਰਿਸ ਸ਼ਾਹ ਦੀਆਂ ਬੈਤਾਂ ਤੇ ਸ਼ਾਹ ਹੁਸੈਨ ਦਾ ਅਸਤਮਸਤ ਫਲਸਫਾ ਹੈ। ਇਹ ਆਲਮ ਲੋਹਾਰ ਦੀ ਜੁਗਨੀ ਤੇ ਆਰਿਫ ਹੁਸੈਨ ਪੱਟੀ ਦੀ ਲੈ ਹੈ। ਇਹ ਤੁਫੈਲ ਨਿਆਜ਼ੀ ਦੇ ਮਿੱਠੇ ਸੁਰਾਂ ਦਾ ਨਾਂ ਹੈ। ਮਸੀਤਾਂ, ਮੰਦਰਾਂ, ਗੁਰਦੁਆਰਿਆਂ ਦੀ ਹਜ਼ਾਰਾਂ ਵਰਿਆਂ ਤਾਰੀਖ ਦੀ ਗਵਾਹ ਹੈ। ਇਹ ਧਰਤੀ ਪੋਰਸ ਦੀ ਗੱਲ ਕਰਦੀ ਹੈ ਤੇ ਚੰਗੇਜ਼ ਤੇ ਸਿਕੰਦਰ ਨਾਲ ਭਿੜ ਜਾਣ ਵਾਲਿਆਂ ਦਾ ਜ਼ਿਕਰ ਕਰਦੀ ਹੈ। ਇਹ ਰਹਿਤਲ ਉੱਚੇ ਸ਼ਿਮਲੇ ਵਾਲੇ ਪੁੱਤਰਾਂ ਤੇ ਮਾਣ ਕਰਦੀ ਹੈ। ਇਹ ਰਹਿਤਲ 5 ਦਰਿਆਵਾਂ ਦੀ ਰਹਿਤਲ ਹੈ ਤੇ ਇਸ ਰਹਿਤਲ ਤੇ ਮੇਰੀ ਧਰਤੀ ਤੇ ਮੇਰੇ ਦੇਸ਼ ਨੂੰ ਮਾਣ ਹੈ। ਇਹ ਸ਼ਹੀਦਾਂ ਤੇ ਮਾਣ ਕਰਨ ਵਾਲਿਆਂ ਦੀ ਗਵਾਹ ਹੈ। ਇਹ ਸ਼ੇਰ ਜਵਾਨਾਂ ਦੀ ਰਹਿਤਲ ਹੈ ਜਿਹੜੇ ਦੁਸ਼ਮਣ ਦੀ ਅੱਖ 'ਚ ਅੱਖ ਪਾ ਕੇ ਸਾਹ ਖਿੱਚ ਲੈਂਦੇ ਨੇ। ਇਹ ਮਾਈਏ ਡੋਲੇ ਟੱਪੇ ਦੇ ਗੀਤ ਸੁਣਾਉਂਦੀ ਹੈ ਤੇ ਇਹ ਪੰਜਾਬ ਦੀ ਰਹਿਤਲ ਹੈ ਤੇ ਇਹ ਮੇਰੀ ਪਹਿਚਾਣ ਹੈ। ਹਰ ਸਾਲ 14 ਮਾਰਚ ਨੂੰ ਪੰਜਾਬੀ ਲੋਕ ਆਪਣੀ ਸਕਾਫਤ ਦਾ ਦਿਨ ਮਨਾਉਂਦੇ ਨੇ ਤੇ ਇਸ ਦਿਨ ਆਪਣੀ ਸਕਾਫਤੀ ਕਦਰਾਂ ਦਾ ਇਜ਼ਹਾਰ ਕਰਦੇ ਨੇ। ਤੇ ਇਸ ਸਾਲ ਪਹਿਲੀ ਵਾਰੀ ਪੰਜਾਬ ਹਕੂਮਤ ਨੇ ਵੀ ਇਸ ਦਿਨ ਨੂੰ ਮਨਾਇਆ ਹੈ ਤੇ ਪੰਜਾਬੀ ਸਕਾਫਤ ਤੇ ਇੱਕ ਡਾਕੂਮੈਂਟਰੀ ਬਣਾਈ ਹੈ। ਉਹਦੀਆਂ ਕੁਝ ਝਲਕੀਆਂ ਤੁਹਾਡੇ ਸਾਹਮਣੇ ਹਾਜ਼ਰ ਖਿਦਮਤ ਨੇ। ਇਹ ਤੁਸੀਂ ਮੈਨੂੰ ਦੱਸਣਾ ਹੈ ਕਿ ਤੁਹਾਨੂੰ ਸਕਰੀਨ ਸ਼ੇਅਰ ਹੋ ਰਹੀ ਹੈ ਤੇ ਨਜ਼ਰ ਆ ਰਿਹਾ ਹੈ। ਠੀਕ ਹੈ, ਆਵਾਜ਼ ਆ ਰਹੀ ਹੈ? ਜੀ ਤਮਸੀਲ ਭਾਈ, ਆਵਾਜ਼ ਆ ਰਹੀ ਹੈ ਤੇ ਵਧੀਆ ਨਜ਼ਰ ਆ ਰਹੀ ਹੈ ਤਸਵੀਰ। ਠੀਕ ਓਕੇ। ਹੁਣ ਆਵਾਜ਼ ਨਹੀਂ ਆ ਰਹੀ। ठीक हो गया? जी आन रही है। ਅੱਗੇ ਦੇ ਪ੍ਰੋਗਰਾਮ ਕੋਲੋਂ ਰੰਜ਼ੇ ਭਾਈ ਤੁਹਾਡੇ ਹਵਾਲੇ। ਜੀ ਬੜੀ ਮਿਹਰਬਾਨੀ ਤਮਸੀਲ ਭਾਈ, ਤੁਸੀਂ ਬੜੇ ਅੱਛੇ ਤਰੀਕੇ ਨਾਲ ਸਾਨੂੰ ਦੱਸਿਆ। ਪੰਜਾਬ ਦੇ ਬਾਰੇ 'ਚ ਜਦੋਂ ਗੱਲ ਕੀਤੀ ਜਾਏ ਤੇ ਪੰਜਾਬੀ ਸੰਗੀਤ, ਪੰਜਾਬੀ ਪੋਇਟਰੀ, ਲੋਕ ਗੀਤ ਨੂੰ ਬੜੀ ਅਹਿਮੀਅਤ ਹਾਸਿਲ ਹੈ।
ਪੰਜਾਬੀ ਜ਼ਬਾਨ ਨੂੰ ਦੂਰ ਦਰਾਜ਼ ਪਹੁੰਚਾਉਣ 'ਚ ਲੋਕ ਗੀਤ ਨੇ ਤੇ ਸ਼ਾਇਰੀ ਨੇ ਬੜਾ ਅਹਿਮ ਕਿਰਦਾਰ ਅਦਾ ਕੀਤਾ ਹੈ। ਇੱਥੋਂ ਇਹਦੇ ਬਾਰੇ 'ਚ ਹੀ ਮੈਂ ਇਨਵਾਈਟ ਕਰਾਂਗਾ ਮੈਡਮ ਅਸਕਾ ਸਾਹਿਲ ਨੂੰ ਕਿ ਉਹ ਪੰਜਾਬੀ ਪੋਇਟਰੀ ਦੇ ਸ਼ੇਅਰ ਕਰਨ ਤੇ ਆਪਣੇ ਖਿਆਲਾਤ ਦਾ ਵੀ ਇਜ਼ਹਾਰ ਕਰਨ। इसका आपकी आवाज नहीं आ रही। हाले भी नहीं आउंदी भी नहीं। असका कहीं आपने हैंड फ्री तो नहीं अटैच की हुई साथ में, जरा चेक कर लें उसे। नहीं ਮੇਰੇ ਖਿਆਲ ਨਾਲ ਕੋਈ ਤਕਨੀਕੀ ਮਸਲਾ ਆ ਗਿਆ ਜਿਹਦੀ ਵਜ੍ਹਾ ਤੋਂ ਸਾਨੂੰ ਅਸਕਾ ਸਾਹਿਬ ਦੀ ਆਵਾਜ਼ ਨਹੀਂ ਆ ਰਹੀ ਤੇ ਅਸੀਂ ਉਹਨਾਂ ਨੂੰ ਦਰਖਾਸਤ ਕਰਨੇ ਆ ਕਿ ਤੁਸੀਂ ਇਹ ਮਸਲਾ ਜਿਹੜਾ ਹੱਲ ਕਰੋ ਤੇ ਮੈਂ ਦਾਵਤ ਦਵਾਂਗਾ ਖਿਜ਼ਰ ਰਜ਼ਾਕ ਭਾਈ ਨੂੰ ਕਿ ਉਹ ਆਉਣ ਤੇ ਪੰਜਾਬੀ ਪੋਇਟਰੀ ਸੁਣਾਉਣ ਸਾਨੂੰ। अस्सलाम वालेकुम रंगज़ेब भाई, बड़ा शुक्रिया ਤੁਹਾਡਾ। आवाज़ आ रही है जी मेरी? ਜੀ ਤੁਹਾਡੀ ਆਵਾਜ਼ ਆ ਰਹੀ ਹੈ। ਅੱਛਾ ਜੀ, ਮੁਨੀਰ ਨਿਆਜ਼ੀ ਦੀ ਇੱਕ ਛੋਟੀ ਜਿਹੀ ਨਜ਼ਮ ਹੈ ਪੰਜਾਬੀ 'ਚ, ਮੈਂ ਉਹ ਪੇਸ਼ ਕਰਾਂਗਾ। ਕੱਲ ਬੈਠਾ ਕੁਝ ਸੋਚ ਰਿਹਾ ਸਾਂ, ਗੱਲ ਇੱਕ ਗੁਜ਼ਰੇ ਵੇਲੇ ਦੀ। ਕੱਲ ਬੈਠਾ ਕੁਝ ਸੋਚ ਰਿਹਾ ਸਾਂ, ਗੱਲ ਇੱਕ ਗੁਜ਼ਰੇ ਵੇਲੇ ਦੀ। ਆਪਣੇ ਪਿੰਡ ਦੇ ਪਿੱਪਲਾਂ ਹੇਠਾਂ ਛੋਟੀ ਈਦ ਤੇ ਮੇਲੇ ਦੀ। ਮੈਂ ਜਿਹੜਾ ਮਸ਼ਹੂਰ ਹਾਂ ਇੰਨਾ ਦਿਲ ਦੇ ਭੇਦ ਲੁਕਾਵਣ ਵਿੱਚ। ਗਮ ਦੀ ਤਿੱਖੀ ਚੀਖ ਨੂੰ ਘੁੱਟ ਕੇ ਉੱਪਰੋਂ ਹੱਸਦਾ ਜਾਵਣ ਵਿੱਚ। ਉਸ ਪੁਰਾਣੇ ਦਿਨ ਦੇ ਵਿੱਚੋਂ ਕਰਕੇ ਯਾਦ ਇੱਕ ਮੌਕੇ ਨੂੰ। ਜ਼ੋਰ ਵੀ ਲਾ ਕੇ ਰੋਕ ਨਾ ਸਕਿਆ ਆਪਣੇ ਦਿਲ ਦੇ ਹੌਕੇ ਨੂੰ। ਜ਼ੋਰ ਵੀ ਲਾ ਕੇ ਰੋਕ ਨਾ ਸਕਿਆ ਆਪਣੇ ਦਿਲ ਦੇ ਹੌਕੇ ਨੂੰ। ਕੱਲ ਬੈਠਾ ਕੁਝ ਸੋਚ ਰਿਹਾ ਸਾਂ, ਗੱਲ ਇੱਕ ਗੁਜ਼ਰੇ ਵੇਲੇ ਦੀ। ਬਹੁਤ ਸ਼ੁਕਰੀਆ ਜੀ। ਬਹੁਤ ਅੱਛੇ ਖਿਜ਼ਰ ਰਜ਼ਾਕ ਭਾਈ। ਇਸ ਤੋਂ ਪਹਿਲਾਂ ਕਿ ਮੈਡਮ ਅਜ਼ਕਾ ਕੋਲੋਂ ਮੈਂ ਦੁਬਾਰਾ ਰਿਕੁਐਸਟ ਕਰਾਂ ਕਿ ਉਹ ਆਉਣ, ਮੇਰੇ ਆਪਣੇ ਸਾਰੇ ਕੁਲੀਗਾਂ ਨੂੰ ਰਿਕੁਐਸਟ ਹੈ ਕਿ ਪਲੀਜ਼ ਆਪਣੇ ਕੈਮਰੇ ਔਨ ਕਰਨ ਤੇ ਆਪਣੀਆਂ ਸੋਹਣੀਆਂ ਸੋਹਣੀਆਂ ਸ਼ਕਲਾਂ ਸਾਨੂੰ ਵਿਖਾਉਣ ਤੇ ਸਾਡੇ ਕੋਲ ਆਪਣੇ ਸੋਹਣੇ ਮੁਖੜੇ ਨਾ ਲੁਕਾ ਕੇ ਬੈਠਣ। ਜੀ ਮੈਡਮ ਅਜ਼ਕਾ। मिस अस्का को कहें कि ऑडियो ज्वाइन कर ले, उन्होंने ऑडियो नहीं ज्वाइन की। ਮੈਡਮ ਅਜ਼ਕਾ ਤੁਸੀਂ ਆਪਣੀ ਕੰਪਿਊਟਰ ਸੈਟਿੰਗ ਚੈੱਕ ਕਰੋ ਤੇ ਆਡੀਓ ਜੁਆਇਨ ਕਰੋ। असका ਤੁਸੀਂ ਨਾ ਜ਼ਰਾ ਹੈਂਡ ਫ੍ਰੀ ਤਾਂ ਜਾਂ ਹੈਡਫੋਨ ਲਾ ਕੇ ਚੈੱਕ ਕਰੋ, ਸ਼ਾਇਦ ਉਹਦੇ ਨਾਲ ਕੰਮ ਬਣ ਜਾਏ। ਮੇਬੀ ਤੁਹਾਡੇ ਸਪੀਕਰ ਜਿਹੜੇ ਨੇ ਉਹਦੇ 'ਚ ਪ੍ਰੋਬਲਮ ਹੈ ਲੈਪਟਾਪ ਦੇ। ਕੋਈ ਨਹੀਂ, ਤੁਸੀਂ ਉਨੀ ਦੇਰ ਤੱਕ ਚੈੱਕ ਕਰੋ। ਇਹ ਤਕਨੀਕੀ ਮਸਲੇ ਹੁੰਦੇ ਰਹਿੰਦੇ ਨੇ ਆਨਲਾਈਨ ਕਲਾਸਾਂ ਦੇ ਵਿੱਚ ਤੇ ਆਨਲਾਈਨ ਫੰਕਸ਼ਨ ਦੇ ਵਿੱਚ। ਤੇ ਮੈਂ ਦਾਵਤ ਦੇਣਾ ਜੀ ਵਿਕਾਸ ਜ਼ਫਰ ਭਾਈ ਨੂੰ ਕਿ ਉਹ ਸਾਨੂੰ ਪੰਜਾਬ ਦੀਆਂ ਕੋਈ ਮਿੱਠੀਆਂ ਮਿੱਠੀਆਂ ਬੋਲੀਆਂ ਸੁਣਾਉਣ ਤੇ ਥੋੜਾ ਰੌਣਕ ਮੇਲਾ ਲਾਉਣ। रंगजेब साहब, अगर मैडम हो रही ते वकास साहब हो रही, अगर कनेक्ट नहीं हो रहे ते कुछ पंजाबी दे हल्की जी पोइट्री मैं सुना देना है, अगर तुसी इजाजत दवो ते। नदीम भाई जरा अपना कैमरा एडजस्ट करो ते व्याह वाला खुला सानू भी वेखण दो जरा।
ਸਰ ਜੀ ਵੇਖੋ ਮੈਂ ਅਰਜ਼ ਕਰ ਰਿਹਾ ਸੀ ਕਿ ਅਗਰ ਮੈਡਮ ਹੋਰੀ ਤੇ ਵਕਾਸ ਸਾਹਿਬ ਹੋਰੀ ਅਗਰ ਕਨੈਕਟ ਨਹੀਂ ਹੋ ਪਾ ਰਹੇ ਤੇ ਕੁਝ ਪੰਜਾਬੀ ਦੇ ਹਲਕੇ ਦੇ ਜਿਹੜੇ 2-3 ਸ਼ੇਰ ਮੈਂ ਸੁੱਟਣ ਦੇ ਬਾਰੇ ਚ ਮਤਲਬ ਸੋਚ ਰਿਹਾ ਸੀ, ਅਗਰ ਇਜਾਜ਼ਤ ਹੋਵੇ ਤੇ। ਜੀ ਨਦੀਮ ਭਾਈ ਤੁਸੀਂ ਕੰਟੀਨਿਊ ਕਰੋ। मेरी आवाज आ रही रंगजेब भाई? ਜੀ ਵਿਕਾਸ ਜ਼ਫਰ ਸਾਹਿਬ ਆ ਗਏ ਨੇ। ਵਿਕਾਸ ਜ਼ਫਰ ਸਾਹਿਬ ਪਲੀਜ਼। ਹਾਂਜੀ ਆਵਾਜ਼ ਆ ਰਹੀ ਤੁਹਾਡੀ। मेरे डिस्कनेक्ट हो गया सी, मैंने हुक्म करो मैं करा शुरू या कोई और दोस्त कर जी रहे जी हैं? ਤੁਸੀਂ ਸ਼ੁਰੂ ਕਰੋ ਜੀ, ਸ਼ੁਰੂ ਕਰੋ। अच्छा बिस्मिल्लाहिर्रहमानिर्रहीम। सारे ਦੋਸਤਾਂ ਤੇ ਮਿੱਤਰਾਂ ਨੂੰ ਸਲਾਮ ਹੋਵੇ। ਇਹ ਪੰਜਾਬੀ ਦੀਆਂ ਬੋਲੀਆਂ ਦੇ ਵਿੱਚ ਸਰ ਥੋੜਾ ਜਿਹਾ ਕਨਫਰਮ ਕਰਿਆ ਜੀ, ਮੈਂ ਕੈਰੀ ਔਨ ਕਰਾਂ? ਜੀ ਜੀ ਤੁਸੀਂ, ਤੁਹਾਡੀ ਆਵਾਜ਼ ਆ ਰਹੀ ਹੈ, ਤੁਸੀਂ ਕਰੋ। ਇਹ ਪੰਜਾਬੀ ਬੋਲੀਆਂ ਮੁxtਲਿਫ ਕਿਸਮਾਂ ਦੀਆਂ ਹੁੰਦੀਆਂ ਨੇ ਸਾਡੇ ਆਮ ਪਿੰਡਾਂ ਥਾਵਾਂ ਦੇ ਵਿੱਚ ਟਿਚਕਰਾਂ ਕਰਨਾ ਸੇ ਹਾਸੇ ਖੇਡ ਹਾਸੇ, ਲੇਕਿਨ ਇਹਨਾਂ ਦਾ ਖਾਸ ਤਲਕ ਹੈ ਜਿਹੜਾ ਸ਼ਾਦੀ ਵਿਆਹ ਦੇ ਨਾਲ ਹੈ। ਇੱਥੋਂ ਹੀ ਮੈਂ ਸ਼ੁਰੂ ਕਰਾਂਗਾ ਥੋੜੇ, ਕਿਉਂਕਿ ਕਾਫੀ ਸਾਰੀਆਂ ਨੇ ਲੇਕਿਨ ਥੋੜਾ ਸਾਰਿਆਂ ਵਿੱਚ ਲਾਵਾਂਗਾ। ਸਭ ਤੋਂ ਪਹਿਲੇ ਪੰਜਾਬੀ ਟੱਪੇ, ਲੜਕੀ ਔਰ ਲੜਕਾ ਆਪਸ ਵਿੱਚ ਬੈਠ ਜਾਂਦੇ ਨੇ ਢੋਲਕੀ ਲੈ ਕੇ ਔਰ ਇੱਕ ਦੂਸਰੇ ਨੂੰ ਥੋੜਾ ਜਿਹਾ ਕਿਸ ਅੰਦਾਜ਼ 'ਚ ਗੱਲ ਕਰਦੇ ਨੇ, ਉਹ ਥੋੜਾ ਜਿਹਾ ਦੇਖੋ। ਲੜਕੀ ਕਹਿੰਦੀ ਹੈ ਕੋਠੇ ਤੇ ਆ ਮਾਈਆ, ਕੋਠੇ ਤੇ ਆ ਮਾਈਆ, ਮਿਲਣਾ ਹੈ ਤਾਂ ਮਿਲ ਆ ਕੇ, ਨਹੀਂ ਤਾਂ ਖਸਮਾਂ ਨੂੰ ਖਾ ਮਾਈਆ। ਇਹਦਾ ਜਵਾਬ ਅੱਗੋਂ ਲੜਕਾ ਕਿਸ ਤਰ੍ਹਾਂ ਦਿੰਦਾ ਹੈ? ਉਹ ਕਹਿੰਦਾ ਹੈ ਕੀ ਲੈਣਾ ਹੈ ਮਿੱਤਰਾਂ ਤੋਂ, ਕੀ ਲੈਣਾ ਹੈ ਮਿੱਤਰਾਂ ਤੋਂ, ਮਿਲਣ ਤੇ ਆ ਜਾਵਾਂ, ਡਰ ਲੱਗਦਾ ਹੈ ਛਿੱਤਰਾਂ ਤੋਂ। ਇਹਦਾ ਜਵਾਬ ਅੱਗੋਂ ਕੁੜੀ ਕਿੰਝ ਦਿੰਦੀ ਹੈ? ਉਹ ਕਹਿੰਦੀ ਹੈ ਤੁਸੀਂ ਕਾਲੇ ਕਾਲੇ ਹੋ, ਕੁੜੀ ਕਹਿੰਦੀ ਹੈ ਤੁਸੀਂ ਕਾਲੇ ਕਾਲੇ ਹੋ, ਕੁਝ ਤੇ ਸ਼ਰਮ ਕਰੋ ਧੀਆਂ ਪੁੱਤਰਾਂ ਵਾਲੇ ਹੋ। ਇਹਦਾ ਜਵਾਬ ਅੱਗੋਂ ਕੁੜੀ ਇੰਝ ਦਿੰਦੀ ਹੈ ਸਾਰੇ ਦੰਦ, ਅਜ਼ੋਰੀ ਅੱਗੋਂ ਲੜਕਾ ਜਵਾਬ ਦਿੰਦਾ ਹੈ ਸਾਰੇ ਦੰਦ ਪਿਆ ਕੱਢਦੇ ਨੇ, ਅਸੀਂ ਤੈਨੂੰ ਚੰਗੇ ਲੱਗਦੇ, ਸਾਡੇ ਧੀਆਂ ਪੁੱਤਰ ਵੱਢਦੇ ਨੇ। ਇੱਥੇ ਪਿਆਰ ਦੀ ਪੁੱਛ ਕੋਈ ਨਾ, ਕੁੜੀ ਕਹਿੰਦੀ ਏ ਇੱਥੇ ਪਿਆਰ ਦੀ ਪੁੱਛ ਕੋਈ ਨਾ, ਤੇਰੇ ਨਾਲ ਨਹੀਂ ਬੋਲਣਾ, ਤੇਰੇ ਮੂੰਹ ਤੇ ਮੁੱਛ ਕੋਈ ਨਾ। ਅੱਗੋਂ ਮੁੰਡਾ ਕਹਿੰਦਾ ਮਜ਼ਾ ਪਿਆਰ ਦਾ ਚੱਖ ਲਾਂਗਾ, ਮੁੰਡਾ ਕਹਿੰਦਾ ਮਜ਼ਾ ਪਿਆਰ ਦਾ ਚੱਖ ਲਾਂਗਾ, ਜੇ ਤੇਰਾ ਹੁਕਮ ਹੋਵੇ ਮੈਂ ਤਾਂ ਦਾੜੀ ਵੀ ਰੱਖ ਲਾਂਗਾ। ਇਸ ਤੋਂ ਬਾਅਦ ਕੁੜੀ ਕਹਿੰਦੀ ਹੈ ਬਾਗੇ ਵਿੱਚ ਆਇਆ ਕਰੋ, ਬਾਗੇ ਵਿੱਚ ਆਇਆ ਕਰੋ, ਜਦੋਂ ਅਸੀਂ ਸੌਂ ਜਾਈਏ ਤੁਸੀਂ ਮੱਖੀਆਂ ਉਡਾਇਆ ਕਰੋ। ਮੁੰਡਾ ਅੱਗੋਂ ਜਵਾਬ ਇੰਦਾ ਇੰਝ ਦਿੰਦਾ ਹੈ ਤੁਸੀਂ ਰੋਜ਼ ਨਹਾਇਆ ਕਰੋ, ਤੁਸੀਂ ਰੋਜ਼ ਨਹਾਇਆ ਕਰੋ, ਮੱਖੀਆਂ ਤੋਂ ਡਰਦੇ ਹੋ, ਗੁੜ ਥੋੜਾ ਖਾਇਆ ਕਰੋ। ਇਸ ਤੋਂ ਬਾਅਦ ਦੋਨੋਂ ਕੁੜੀ ਮੁੰਡਾ ਇੰਝ ਗਾਉਂਦੇ ਨੇ ਕਿ ਪੀਂਗ ਪਿਆਰ ਦੀ ਪਾਵਾਂਗੇ, ਪੀਂਗ ਪਿਆਰ ਦੀ ਪਾਵਾਂਗੇ, ਹੁਣ ਅਸੀਂ ਮਿਲ ਗਏ ਹਾਂ ਗੀਤ ਪਿਆਰ ਦੇ ਗਾਵਾਂਗੇ। ਇਹ ਪੰਜਾਬੀ ਟੱਪੇ ਸਨ। ਤੇ ਇੱਕ ਛੋਟਾ ਜਿਹਾ ਦੋੜਾ ਹੈਗਾ ਏ, ਤੁਸਾਂ ਮਾਲਕ ਮਹਿਲ ਤੇ ਕੋਠਿਆਂ ਦੇ, ਤੁਸੀਂ ਮਾਲਕ ਮਹਿਲ ਤੇ ਕੋਠਿਆਂ ਦੇ, ਅਸੀਂ ਪੱਖੀ ਵਾਸ ਨਮਾਨੇ, ਤੁਸਾਂ ਵਸਦੇ ਵਤਨਾਂ ਦੇ ਵਾਸੀ ਹੋ, ਤੁਸੀਂ ਵਸਦੇ ਵਤਨਾਂ ਦੇ ਵਾਸੀ ਹੋ, ਸਾਡੇ ਨਿਤ ਪਰਦੇਸ ਠਿਕਾਣੇ ਨੇ, ਅਸਾਂ ਕਮਲੇ ਰਮਲੇ ਯਾਰ ਸਜਨ, ਤੁਸਾਂ ਜੱਗ ਤੋਂ ਢੇਰ ਸਿਆਣੇ ਹੋ, ਤੁਸਾਂ ਪਿਆਰ ਗਰੀਬ ਦਾ ਭੁੱਲ ਗਏ ਹੋ, ਘਰ ਵੇਖ ਕੇ ਚੋਖੇ ਦਾਣੇ ਹੋ। ਇੱਕ ਦੋ ਸ਼ੇਰ ਨੇ ਬੜੇ ਅੱਛੇ ਜੇ, ਇਹਦੇ ਵਿੱਚ ਕਹਿੰਦਾ ਹੈ ਜੀ ਤੇਰੀ ਚੂੜੇ ਵਾਲੀ ਬਾਂਹ ਫੜ ਕੇ, ਤੇਰੀ ਚੂੜੇ ਵਾਲੀ ਬਾਂਹ ਫੜ ਕੇ, ਮੱਥੇ ਤੋਂ ਵਾਲ ਪਿਛਾਂ ਕਰਕੇ, ਠੋਡੀ ਨੂੰ ਥੋੜਾ ਜਿਹਾ ਤਾਂ ਕਰਕੇ, ਜੇ ਮੈਂ ਪੁੱਛ ਲਾਂ ਤੇਰਾ ਨਾਂ ਕੀ ਹੈ ਤੇ ਤਾਂ ਕੀ ਹੈ, ਜੇ ਮੈਂ ਮਾੜੀ ਰੁੱਤ ਵਾਂਗੂ ਭੋ ਜਾਵਾਂ, ਗੱਲਾਂ ਕਰਦਿਆਂ ਕਰਦਿਆਂ ਖੋ ਜਾਵਾਂ, ਸਿਰ ਮੋਢੇ ਤੇ ਰੱਖ ਕੇ ਸੋ ਜਾਵਾਂ, ਤੂੰ ਕੂਨੀ ਮਾਰ ਕੇ ਪੁੱਛੇ ਅੜਿਆ ਗਾਂ ਕੀਏ ਤੇ ਤਾਂ ਕੀਏ। ਹੁਣ 3-4 ਟੱਪੇ ਹੈ ਨੇ, ਟਾਈਮ ਦੀ ਕਮੀ, ਲਿਖੇ ਕਾਫੀ ਸਾਰੇ ਸਨ, ਖੈਰ ਥੋੜੀ ਜਿਹੀ ਉਹਨਾਂ ਦੀ ਸਿਨਫ ਵੀ ਤੁਹਾਨੂੰ ਵਾਜ਼ਿਹ ਹੋ ਜਾਏਗੀ। ਛੱਲਾ ਮੇਰਾ ਜੀ ਢੋਲਾ, ਕੋਈ ਬਾਜਰੇ ਗੱਡ ਮਾਈਆ, ਉਂਝ ਭਾਵੇਂ ਲੜਿਆ ਰਹੋ, ਸਾਡਾ ਸ਼ਹਿਰ ਨਾ ਛੱਡ ਮਾਈਆ। ਅੱਗ ਲਾਈਏ ਤਾਸ਼ਾਂ ਨੂੰ, ਅੱਗ ਲਾਈਏ ਤਾਸ਼ਾਂ ਨੂੰ, ਕੱਜ ਕੇ ਰੱਖਿਆ ਕਰ ਇਹਨਾਂ ਅੱਖਾਂ ਬਦਮਾਸ਼ਾਂ ਨੂੰ। ਕੋਈ ਕੁੱਕੜ ਫਰਾਈ ਕੀਤਾ, ਇੱਕ ਬੋਲੀ ਹੈ ਕੋਈ ਕੁੱਕੜ ਫਰਾਈ ਕੀਤਾ, ਤੇਰੀਆਂ ਯਾਦਾਂ ਨੇ ਸਾਡਾ ਬੀਪੀ ਹਾਈ ਕੀਤਾ। ਇਹ 3 ਸ਼ੇਰ ਖਾਸ MPDD ਵਾਸਤੇ ਨੇ, ਮੇਰੇ ਦੋਸਤਾਂ ਸੰਗੀਆਂ ਵਾਸਤੇ। ਕਾਲੇ ਬੱਦਲ ਆਏ ਹੋਏ ਨੇ, ਕਾਲੇ ਬੱਦਲ ਆਏ ਹੋਏ ਨੇ, ਇੱਕ ਮੈਨੂੰ ਆਂਦਾ ਜਾਂਦਾ ਕੁਝ ਨਹੀਂ, ਦੂਜਾ ਵਾਰਨਿੰਗਾਂ ਨੇ ਮੇਰੇ ਸਾਹ ਸੁਕਾਏ ਹੋਏ ਨੇ। ਬੋਲੀਆਂ ਸਿੱਖ ਲੈ ਤਿੱਤਰਾਂ ਤੋਂ,
ਬੋਲੀਆਂ ਸਿੱਖ ਲੈ ਤਿੱਤਰਾਂ ਤੋਂ, ਕਰੋਨਾ ਤੇਰਾ ਕੱਖ ਨਾ ਰਵੇ, ਸਾਨੂੰ ਦੂਰ ਕੀਤਾ ਐਮਪੀਡੀਡੀ ਦੇ ਮਿੱਤਰਾਂ ਤੋਂ। ਤੇ ਆਖਰੀ ਬੋਲੀ ਹੈਗੀ ਏ ਮੇਰੇ ਉਹ ਦੋਸਤ ਜਿਨ੍ਹਾਂ ਦੀ ਸ਼ਾਦੀ ਨਹੀਂ ਉਹਨਾਂ ਵਾਸਤੇ। ਫੁੱਲਾਂ ਦੀ ਕਿਆਰੀ ਏ, ਫੁੱਲਾਂ ਦੀ ਕਿਆਰੀ ਏ, ਪੀਐਮਐਸ ਹੋ ਗਿਆ ਮਈਆ, ਹੁਣ ਵਿਆਹ ਦੀ ਤਿਆਰੀ ਏ। ਬਹੁਤ ਸ਼ੁਕਰੀਆ। ਅੱਲਾਹ ਹਮੇ ਨਸਰ ਹੋਵੇ। ਪੰਜਾਬ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ। ਬੜੀ ਮਿਹਰਬਾਨੀ ਵਿਕਾਸ ਜ਼ਫਰ ਭਾਈ। ਤੁਸੀਂ ਦੁਨੀਆ ਭਰ ਦੀ ਖੰਡ ਇਕੱਠੀ ਕਰ ਲਵੋ, ਸ਼ੱਕਰ ਇਕੱਠੀ ਕਰ ਲਵੋ, ਜਿਹੜੀ ਮਰਜ਼ੀ ਜ਼ੁਬਾਨ 'ਚ ਪਾ ਲਵੋ, ਪੰਜਾਬੀ ਤੋਂ ਮਿੱਠੀ ਨਹੀਂ ਹੋ ਸਕਦੀ। ਤੇ ਇਸੇ ਤਰ੍ਹਾਂ ਪੰਜਾਬ ਦਾ ਕਲਚਰ ਵੀ ਜਿਹੜਾ ਹੈ ਆਪਣੇ ਵਿੱਚ ਇੱਕ ਖਾਸੀਅਤ ਰੱਖਦਾ ਵੀ। ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ ਤੇ ਮੈਂ ਮੁਕਰਮ ਭਾਈ ਨੂੰ ਦਰਖਾਸਤ ਕਰਾਂਗਾ ਕਿ ਉਹ ਆਉਣ ਤੇ ਸਾਨੂੰ ਪੰਜਾਬੀ ਕਲਚਰ ਦੇ ਬਾਰੇ 'ਚ ਥੋੜਾ ਦੱਸਣ, ਥੋੜੀ ਉਹਦੇ 'ਤੇ ਪ੍ਰੈਜੈਂਟੇਸ਼ਨ ਵੀ ਦੇਣ। ਬੜੀ ਮਿਹਰਬਾਨੀ जी। अस्सलाम वालेकुम, शुक्रिया रंगजेब भाई। मेरी आवाज़ आ रही है? क्लियर है आवाज़? जी, ਤੁਹਾਡੀ ਆਵਾਜ਼ ਆਉਣ ਦੀ। ਪੰਜਾਬ ਦਾ ਕਲਚਰ ਬੜਾ ਰਿਚ ਹੈ ਜੀ। ਤੇ ਜਿਸ ਵੇਲੇ ਮੈਂ ਇਹ ਸਾਰੀ ਪ੍ਰੈਜੈਂਟੇਸ਼ਨ ਇਕੱਠੀ ਕਰ ਰਿਹਾ ਸਨ ਤੇ ਮੈਂ ਉਸ ਵੇਲੇ ਇਹਨੂੰ ਫਾਈਨਲਾਈਜ਼ ਕੀਤਾ ਕਿ ਮੈਂ ਪੰਜਾਬ ਦੇ ਕਲਚਰ ਦੇ ਨਾਲ ਨਾਲ ਥੋੜੀ ਜਿਹੀ ਤਾਰੀਖ ਵੀ ਦੱਸ ਦਿਆਂਗਾ ਤੇ ਪੰਜਾਬ ਨੂੰ ਉਹਦੇ ਏਰੀਆਜ਼ ਦੇ ਵਿੱਚ ਜਿਹੜਾ ਹੈ ਕਿ ਤਕਸੀਮ ਕਰ ਦੇਵਾਂਗਾ। ਅਗਰ ਅਸੀਂ ਜਨੂਬ ਵਾਲੇ ਪਾਸੋਂ ਤੋਂ ਸ਼ੁਰੂ ਕਰੀਏ, ਸਾਡਾ ਉਹਦੇ ਸ਼ਹਿਰ ਹੈ ਡੇਰਾ ਗਾਜ਼ੀ ਖਾਨ, ਬੜਾ ਜੀ ਰਿਚ ਸ਼ਹਿਰ ਹੈ। ਸਾਡੇ ਯੂਰੇਨੀਅਮ ਦੇ ਜ਼ਖਾਇਰ ਉੱਥੋਂ ਮਿਲਦੇ ਨੇ ਤੇ ਉੱਥੋਂ ਦਾ ਜਿਹੜਾ ਕਲਚਰ ਹੈ ਉਹ ਜਿਹੜਾ ਸਾਡੀ ਪਿਓਰ ਸਰਾਇਕੀ ਪੰਜਾਬੀ ਦਾ ਇੱਕ ਲਹਿਜਾ ਹੈ, ਪਿਓਰ ਸਰਾਇਕੀ ਕਲਚਰ ਹੈ, ਉਹ ਕਲਚਰ ਪਾਇਆ ਜਾਂਦਾ ਹੈ। ਤੇ ਉੱਥੇ ਦੀ ਜਿਹੜੀ ਖੁਰਾਕ ਨੇ ਉਹ ਸਾਦਾ ਹੈ। ਮੱਕੀ ਦੀ ਰੋਟੀ ਬੜੀ ਇਸਤੇਮਾਲ ਹੁੰਦੀ ਹੈ। ਸਾਗ ਉੱਥੇ ਦਾ ਬੜਾ ਇੱਕ ਮਸ਼ਹੂਰ ਖਿਜ਼ਾਵਾਂ ਵਿੱਚ ਹੈ। ਤੇ ਲੱਸੀ ਦੀ ਇੱਕ ਕਿਸਮ ਜਿਹੜੀ ਮਿੱਠੀ ਲੱਸੀ ਹੁੰਦੀ ਹੈ ਉਹ ਉੱਥੇ ਵੀ ਹੈ, ਲੇਕਿਨ ਨਾਲ ਨਮਕੀਨ ਲੱਸੀ ਦਾ ਵੀ ਰਿਵਾਜ ਹੈ। ਉਹਦੇ ਨਾਲ ਹੀ ਅਸੀਂ ਅਗਰ ਥੋੜਾ ਅੱਗੋਂ ਆਈਏ ਤੇ ਮੁਲਤਾਨ ਆਂਦਾ ਹੈ। ਮੁਲਤਾਨ ਦੇ ਵਿੱਚ ਮਿਕਸ ਕਲਚਰ ਹੈ। ਕੁਝ ਸਾਨੂੰ ਪਿਓਰ ਸਰਾਇਕੀ ਵੀ ਮਿਲਦੀ ਹੈ, ਯਾਨੀ ਜਿਹੜਾ ਸਰਾਇਕੀ ਵਾਲਾ ਲਹਿਜਾ ਉਹ ਵੀ ਮਿਲਦਾ ਹੈ। ਜੰਗਵੀ ਲਹਿਜਾ ਵੀ ਮਿਲਦਾ ਹੈ, ਜਿਹੜਾ ਮੇਰਾ ਤਾਲੁਕ ਹੈ ਜੰਗਵੀ ਲਹਿਜੇ ਨਾਲ। ਤੇ ਮਾਝੀ ਲਹਿਜਾ ਵੀ ਮੁਲਤਾਨ 'ਚ ਮਿਲਦਾ ਹੈ। ਤੇ ਅਗਰ ਅਸੀਂ ਮੁਲਤਾਨ ਦਾ ਜਿਹੜਾ ਹਿਸਟਰੀ, ਮੁਲਤਾਨ ਦੀ ਹਿਸਟਰੀ ਵੇਖੀਏ ਤੇ ਮੁਲਤਾਨ ਦੀ ਹਿਸਟਰੀ ਜਾਂਦੀ ਹੈ ਕੋਈ 300 ਤੋਂ 400 ਕਬਲੇ ਮਸੀਹ ਤੱਕ। ਤੇ ਇੱਕ ਹੋਰ ਗੱਲ ਜਿਹੜੀ ਬੜੀ ਮਸ਼ਹੂਰ ਹੈ ਇੱਥੇ ਕਿ ਸਿਕੰਦਰ ਆਜ਼ਮ ਜਿਹੜੇ ਤੀਰ ਨਾਲ ਮਰਿਆ ਸੀ ਨਾ, ਉਹ ਤੀਰ ਉਹਨੂੰ ਮੁਲਤਾਨ ਦੇ ਵਿੱਚ ਖੂਨੀ ਬੁਰਜ ਇੱਕ ਜਗ੍ਹਾ ਹੈ ਉੱਥੇ ਲੱਗਿਆ ਸੀ। ਤੇ ਬਾਅਦ ਵਿੱਚ ਉਸ ਤੀਰ ਦਾ ਬਦਲਾ ਲੈਣ ਲਈ ਮੁਲਤਾਨ ਦੇ ਤਮਾਮ ਜਾਨਦਾਰ ਜਿਹੜੇ ਸਨ, ਈਵਨ ਜਾਨਵਰਾਂ ਨੂੰ ਵੀ ਮਰਵਾ ਛੋੜਿਆ ਸੀ। ਤੇ ਮੁਲਤਾਨ ਇੱਕ ਹੋਰ ਵਜ੍ਹਾ ਤੋਂ ਮਸ਼ਹੂਰ ਹੈ ਕਿ ਇੱਥੇ ਅੰਬ ਤੇ ਗੰਦਮ ਬੜੀ ਜਿਹੜਾ ਉਹ ਹੈਲਦੀ ਹੁੰਦੀ ਹੈ ਤੇ ਮੁਲਤਾਨ ਦੇ ਅੰਬ ਤਾਂ ਫਿਰ ਪੂਰੀ ਦੁਨੀਆ 'ਚ ਮਸ਼ਹੂਰ ਨੇ। ਅੱਛਾ, ਹੁਣ ਮੁਲਤਾਨ ਤੇ ਇੱਕ ਲਹਿਜਾ ਚੱਲ ਰਿਹਾ ਹੈ ਪੰਜਾਬੀ ਦਾ। ਅਸੀਂ ਮੁਲਤਾਨ ਤੋਂ ਜਿਸ ਵੇਲੇ ਥੋੜਾ ਮੂਵ ਕਰਨੇ ਆ ਮਸ਼ਰਕ ਦੇ ਪਾਸੇ ਜਾਂ ਮੂਵ ਕਰਨੇ ਆ ਸ਼ੁਮਾਲ ਦੇ ਪਾਸੇ ਤੇ ਲਹਿਜਾ ਥੋੜਾ ਤਬਦੀਲ ਹੋਣਾ ਸ਼ੁਰੂ ਹੋ ਜਾਂਦਾ ਹੈ। ਖਾਨੇਵਾਲ ਤੋਂ ਉੱਤੇ ਜਿਤਨਾ ਹੀ ਇਲਾਕਾ ਹੈ ਉੱਥੇ ਲਹਿਜਾ ਥੋੜਾ ਮਾਝੀ ਹੋ ਜਾਂਦਾ ਹੈ। ਤੇ ਫੈਸਲਾਬਾਦ ਨੂੰ ਮੈਨਚੈਸਟਰ ਆਖਿਆ ਜਾਂਦਾ ਹੈ, ਠੀਕ ਹੈ। ਇਹ ਲੈਲਪੁਰ ਇਹਦਾ ਪੁਰਾਣਾ ਨਾਂ ਸੀ। ਇਹ ਪਹਿਲੇ ਹੁੰਦੀ ਸੀ ਇੱਕ ਕਸਬਾ ਹੁੰਦਾ ਸੀ ਜਿੱਥੇ ਗ੍ਰੇਨਸ ਦਾ ਯਾਨੀ ਕਿ ਜਿਹੜੇ ਬੀ ਹੁੰਦੇ ਨੇ ਉਹਨਾਂ ਦੇ ਲੈਣ ਦੇਣ ਹੁੰਦਾ ਸੀ। ਤੇ ਬਹਰਹਾਲ ਆਹਿਸਤਾ ਆਹਿਸਤਾ ਇਹ ਹੁਣ ਅੱਜ ਮੈਨਚੈਸਟਰ ਆਫ ਪਾਕਿਸਤਾਨ ਹੈ, ਕਿਉਂਕਿ ਇੱਥੇ ਬਹੁਤ ਸਾਰੀਆਂ ਕੱਪੜੇ ਦੀਆਂ ਮਿੱਲਾਂ ਨੇ। ਇਸੀ ਤਰ੍ਹਾਂ ਅਗਰ ਅਸੀਂ ਉੱਤੇ ਜਾਵੀਏ ਰਾਵਲਪਿੰਡੀ ਵਾਲਾ ਇਲਾਕਾ ਤੇ ਉਹ ਪੋਠੋਹਾਰੀ ਇਲਾਕਾ, ਠੀਕ ਹੈ, ਉੱਥੇ ਦੀ ਪੋਠੋਹਾਰੀ ਜ਼ਬਾਨ ਹੈ। ਤੇ ਉੱਥੋਂ ਇੱਕ ਹੋਰ ਗੱਲ ਜਿਹੜੀ ਮਸ਼ਹੂਰ ਹੈ ਉਹ ਹੈ ਕਿ ਪੋਠੋਹਾਰ ਦੇ ਇਲਾਕੇ ਵਿੱਚ ਗੰਧਾਰਾ ਜਿਹੜੀ ਤਹਿਜ਼ੀਬ ਹੈ ਉਹ ਹੈ। ਇੱਥੇ ਇੰਡਸ ਵੈਲੀ ਸਿਵਲਾਈਜੇਸ਼ਨ ਹੈ, ਯਾਨੀ ਦਰਿਆ ਸਿੰਧ ਦੀ ਤਹਿਜ਼ੀਬ ਹੈ। ਤੇ ਪੋਠੋਹਾਰ ਵਾਲੇ ਇਲਾਕੇ 'ਚ ਗੰਧਾਰੀ ਤਹਿਜ਼ੀਬ ਦਾ ਬੜਾ ਜਿਹੜਾ ਹੈ ਕਿ ਗਹਿਰਾ ਰੰਗ ਜਿਹੜਾ ਹੈ ਕਿ ਉਹ ਪਾਇਆ ਜਾਂਦਾ ਹੈ। ਨਾਲ ਅਸੀਂ ਅਗਰ ਰੋਹੀ ਵਾਲੇ ਪਾਸੇ ਆਵੀਏ ਤੇ ਇੱਥੇ ਦਿਰਾਵੜੀ ਤਹਿਜ਼ੀਬ, ਯਾਨੀ ਦਿਰਾਵੜੀ ਤਹਿਜ਼ੀਬ ਉਹਨਾਂ ਤਹਿਜ਼ੀਬਾਂ ਵਿੱਚੋਂ ਹੈ ਜਿਨ੍ਹਾਂ ਦੇ ਵਿੱਚੋਂ ਪੰਜਾਬੀ ਜ਼ਬਾਨ ਉਗੜੀ ਹੈ, ਠੀਕ ਹੈ। ਤੇ ਉੱਥੇ ਦਿਰਾਵੜੀ ਤਹਿਜ਼ੀਬ ਦਾ ਜਿਹੜਾ ਰੰਗ ਹੈ ਉਹ ਬੜਾ ਜਿਹੜਾ ਹੈ ਕਿ ਗਹਿਰਾ ਪਾਇਆ ਜਾਂਦਾ ਹੈ। ਸ਼ੁਮਾਲ ਵਾਲੇ ਪਾਸੇ ਸਾਡੇ ਕੋਲ ਲਾਹੌਰ ਹੈ। ਲਾਹੌਰ ਮਾਝੀ ਤਹਿਜ਼ੀਬ ਹੈ ਉੱਥੇ, ਠੀਕ ਹੈ। ਤੇ ਲਾਹੌਰ ਪੰਜਾਬੀ ਕਲਚਰ ਦਾ ਹੈਡ ਹੈ, ਇਵੇਂ ਸਮਝੋ।
ਉੱਥੇ ਦੇ ਜਿਹੜੇ ਕੁਜ਼ੀਨਸ ਨੇ, ਉੱਥੇ ਦੇ ਜਿਹੜੇ ਖਾਣੇ ਨੇ, ਮੱਕੀ ਦੀ ਰੋਟੀ ਹੈ, ਨਾਲ ਹੀ ਲੱਸੀ ਬੜੀ ਮਸ਼ਹੂਰ ਹੈ, ਨਾਲ ਹੀ ਬਿਰਿਆਨੀ, ਇਹ ਵੀ ਯਾਨੀ ਕਿ ਸਿੰਧ ਤੋਂ ਸ਼ੁਰੂ ਹੋਈ ਸੀ ਲੇਕਿਨ ਹੁਣ ਪੰਜਾਬ ਦਾ ਵੀ ਇਹ ਕਲਚਰ ਦਾ ਹਿੱਸਾ ਬਣ ਚੁੱਕੀ ਹੈ ਕੁਜ਼ੀਨਸ। ਤੇ ਇਸੇ ਤਰ੍ਹਾਂ ਪੰਜਾਬ ਦੇ ਬਾਕੀ ਵੀ ਜਿਹੜੀ ਜਗ੍ਹਾ ਨੇ ਉਹ ਉੱਥੇ ਦੇ ਕਲਚਰ ਤੇ ਉੱਥੇ ਦੀ ਜਿਹੜੀ ਤਾਰੀਖ ਹੈ ਉਹ ਬੜੀ ਮੁਨਫਰਿਦ ਹੈ। ਜਿਵੇਂ ਕਿ ਅਸੀਂ ਲਾਹੌਰ ਦਾ ਹੀ ਜ਼ਿਕਰ ਕਰੀਏ ਤੇ ਲਾਹੌਰ ਵਿੱਚ 14 ਸਾਲ ਅਕਬਰ ਬਾਦਸ਼ਾਹ ਨੇ ਆਪਣਾ ਜਿਹੜਾ ਹੈ ਕਿ ਦਰਬਾਰ ਲਾਇਆ ਸੀ ਤੇ ਲਾਹੌਰ ਦੀ ਜਿਹੜੀ ਅਹਿਮੀਅਤ ਹੈ ਉਹ ਵਕਤ ਦੇ ਨਾਲ ਨਾਲ ਵੱਧਦੀ ਗਈ ਹੈ। ਠੀਕ ਹੈ, ਇਸੇ ਤਰ੍ਹਾਂ ਜਨੂਬ ਵਿੱਚ ਵੀ ਜਿਹੜਾ ਕਲਚਰ ਹੈ ਪੰਜਾਬ ਦਾ ਉਹ ਬੜਾ ਤਾਰੀਖੀ ਹੈ। ਮੈਂ ਆਪਣੀ ਇਸ तमाम ਗੱਲ ਦਾ ਜਿਹੜਾ ਇਖਤਤਾਮ ਹੈ ਉਹ ਦੋ ਮਸ਼ਹੂਰ ਸ਼ਾਇਰ ਨੇ, ਇੱਕ ਜਨੂਬ ਦਾ ਤੇ ਇੱਕ ਸ਼ੁਮਾਲ ਦਾ ਸ਼ਾਇਰ ਹੈ, ਉਹਨਾਂ ਦੇ ਥੋੜੇ ਅਸ਼ਾਰ ਸੁਣਾ ਕੇ ਕਰਾਂਗਾ। ਉਸ ਤੋਂ ਅੰਦਾਜ਼ਾ ਹੋਏਗਾ ਕਿ ਪੰਜਾਬੀ ਜਿਹੜੀ ਜ਼ਬਾਨ ਹੈ ਉਹ ਕਿਤਨੀ ਜ਼ਿਆਦਾ ਯਾਨੀ ਕਿ ਡਾਇਵਰਸ ਹੈ ਤੇ ਕਿਤਨੀ ਜ਼ਿਆਦਾ ਉਹਦੇ ਵਿੱਚ ਇੱਕ ਇਨਫਰਾਦੀਅਤ ਹੈ। ਜਨੂਬ ਦਾ ਇੱਕ ਬੜਾ ਮਸ਼ਹੂਰ ਸ਼ਾਇਰ ਹੈ ਸਾਡੇ ਕੋਲ, ਸ਼ਾਕਿਰ ਸ਼ੁਜਾਬਾਦੀ। ਉਹਦੀ ਇੱਕ ਗਜ਼ਲ ਹੈ, ਉਹ ਮੈਂ ਜਿਸ ਵੇਲੇ ਇਮਤਿਹਾਨ ਦੀ ਤਿਆਰੀ ਕਰ ਰਿਹਾ ਸੀ ਤੇ ਬੜਾ ਸੁਣਦਾ ਸੀ। ਸਰਾਇਕੀ ਚ ਗਜ਼ਲ ਹੈ। ਸ਼ਾਕਿਰ ਸਾਹਿਬ ਆਖਦੇ ਨੇ, ਤੂੰ ਮਿਹਨਤ ਕਰ ਤੇ ਮਿਹਨਤ ਦਾ ਸਿਲਾ ਜਾਣੇ ਖੁਦਾ ਜਾਣੇ, ਤੂੰ ਮਿਹਨਤ ਕਰ ਤੇ ਮਿਹਨਤ ਦਾ ਸਿਲਾ ਜਾਣੇ ਖੁਦਾ ਜਾਣੇ, ਤੂੰ ਡੀਵਾ ਬਾਲ ਕੇ ਰੱਖ ਚਾ ਹਵਾ ਜਾਣੇ ਖੁਦਾ ਜਾਣੇ। ਖਿਜ਼ਾ ਦਾ ਖੌਫ ਤਾਂ ਮਾਲੀ ਕੋ ਬੁਜ਼ਦਿਲ ਨਹੀਂ ਕਰ ਸਕਦਾ, ਖਿਜ਼ਾ ਦਾ ਖੌਫ ਤਾਂ ਮਾਲੀ ਕੋ ਬੁਜ਼ਦਿਲ ਨਹੀਂ ਕਰ ਸਕਦਾ, ਚਮਨ ਆਬਾਦ ਰੱਖ ਬਾਦੇ सबा जाने खुदा जाने। मरीज इश्क खुद कू कर दवा दिल दी समझ दिल बर, मर्ज जाने दवा जाने शफा जाने खुदा जाने। ਤੇ ਦੂਆ ਜਿਹੜਾ ਮੇਰੇ ਫੇਵਰਿਟ ਸ਼ਾਇਰ ਹੈ ਮੁਨੀਰ ਨਿਆਜ਼ੀ, ਉਹਨਾਂ ਦੀ ਇੱਕ ਤੁਹਾਨੂੰ ਨਜ਼ਮ ਸੁਣਾਣਾ ਜੀ, ਇਹ ਮੇਰੀ ਬੜੀ ਫੇਵਰਿਟ ਹੈ। ਕੁਝ ਸ਼ੌਕ ਸੀ ਯਾਰ ਫਕੀਰੀ ਦਾ, ਕੁਝ ਇਸ਼ਕ ਨੇ ਦਰ-ਦਰ ਰੋਲ ਦਿੱਤਾ, ਕੁਝ ਸਜਨ ਕਸਰਨਾ ਛੋੜੀ ਸੀ, ਕੁਝ ਜ਼ਹਿਰ ਰਕੀਬਾਂ ਘੋਲ ਦਿੱਤਾ, ਕੁਝ ਹਿਜਰ ਫਰਾਕ ਦਾ ਰੰਗ ਚੜਿਆ, ਕੁਝ ਦਰਦ ਮਾਹੀ ਅਨਮੋਲ ਦਿੱਤਾ, ਕੁਝ ਸੜ ਗਈ ਕਿਸਮਤ ਬਦਕਿਸਮਤ ਦੀ, ਕੁਝ ਪਿਆਰ ਵਿੱਚ ਜੁਦਾਈ ਰੋਲ ਦਿੱਤਾ। ਸ਼ੁਕਰੀਆ ਜੀ, अस्सलाम वालेकुम। ਬਹੁਤ ਹੀ ਆਲਾ ਮੁਕਰਮ ਭਾਈ। ਅਸੀਂ ਜਨ ਅੱਗੇ ਵਧਣ ਰਹੇ ਹਾਂ ਆਪਣੀ ਜ਼ਿੰਦਗੀ ਵਿੱਚ, ਸ਼ਾਇਦ ਅਸੀਂ ਆਪਣੀ ਜੜ੍ਹਾਂ ਨੂੰ ਭੁੱਲਦੇ ਜਾ ਰਹੇ ਹਾਂ। ਤੇ ਮੁਕਰਮ ਭਾਈ ਨੇ ਬੜੀ ਅੱਛੀਆਂ ਚੰਗੀਆਂ ਗੱਲਾਂ ਦੱਸੀਆਂ। ਸਾਨੂੰ ਥੋੜਾ ਜਿਹਾ ਟਾਈਮ ਕੱਢ ਲੈਣਾ ਚਾਹੀਦਾ ਹੈ ਆਪਣੇ ਕਲਚਰ ਦੇ ਬਾਰੇ 'ਚ ਸਿੱਖਣ ਲਈ, ਜਾਣਨ ਲਈ। ਪੰਜਾਬ ਦੀ ਧਰਤੀ ਜਿੱਥੇ ਜਿੰਨੀ ਬੜੀ ਜ਼ਰਹੇਜ਼ ਹੈ, ਇਹਦੇ ਲੋਕ ਵੀ ਬੜੇ ਦਲੇਰ ਨੇ, ਬੜੇ ਮਿਹਨਤ ਕਰਨ ਵਾਲੇ ਨੇ, ਲੇਕਿਨ ਉਹ ਸਾਰੇ ਕੰਮਾਂ 'ਚੋਂ ਉਹ ਆਪਣੀ ਜ਼ਿੰਦਗੀ ਜੀਣਾ ਨਹੀਂ ਭੁੱਲਦੇ, ਬੜਾ ਸ਼ੁਗਲ ਮੇਲਾ ਲਾਈ ਰੱਖਦੇ ਨੇ। ਤੇ ਮੈਂ ਜ਼ਾਹਿਦ ਭਾਈ ਨੂੰ ਦਰਖਾਸਤ ਕਰਾਂਗਾ ਕਿ ਉਹ ਪੰਜਾਬੀ ਦੀ ਮਿੱਠੀ ਜ਼ਬਾਨ ਵਿੱਚ ਨਾਲ ਆਪਣੀ ਮਿੱਠੀ ਆਵਾਜ਼ ਵਿੱਚ ਸਾਨੂੰ ਥੋੜੇ ਜਿਹੇ ਗਾਉਣ ਸੁਣਾਉਣ। ਜ਼ਾਹਿਦ ਭਾਈ ਜੀ ਬਹੁਤ ਸ਼ੁਕਰੀਆ ਰੰਗਜ਼ੇਬ ਭਾਈ, ਬਹੁਤ ਸ਼ੁਕਰੀਆ। ਅੱਜ ਜਿਹੜਾ ਗਾਣਾ ਮੈਂ ਸੁਣਾਉਣਾ ਚਾਹ ਰਿਹਾ ਤੁਹਾਨੂੰ ਉਹ ਹੈ ਜੀ ਮੈਡਮ ਨੂਰ ਜਹਾਂ ਦਾ, ਬੜਾ ਹੀ ਬਹੁਤ ਹੀ ਉਮਦਾ ਗਾਣਾ ਹੈ ਤੇ ਮੈਂ ਕੋਸ਼ਿਸ਼ ਕਰਨਾ ਉਹਦੇ ਨਾਲ ਥੋੜਾ ਬਹੁਤਾ ਕੋਈ ਇਨਸਾਫ ਕਰ ਸਕਾਂ। ਵਗਦੀ ਨਦੀ ਦਾ ਪਾਣੀ ਇੰਜ ਜਾ ਕੇ ਮੁੜ ਨਹੀਂ ਆਉਂਦਾ, ਜਾ ਕੇ ਜਿਵੇਂ ਜਵਾਨੀ ਵਗਦੀ ਨਦੀ ਦਾ ਪਾਣੀ। ਕਿੰਨਿਆਂ ਮੁਸਾਫਿਰਾਂ ਨੂੰ ਅੱਜ ਤੱਕ ਮੈਂ ਪਾਰ ਲਾਇਆ, ਅੱਲਾ ਦੀ ਕਸਮ ਕੋਈ ਵੀ तेरे जिया नहीं आया। अखियां दी बात बुझ ले की आखिए जबानी वगदी नदी दा पानी। ए पल दी पल दा आउणा मैं ते नहीं बुलाउणा, ए पल दी पल दा आउणा मैं ते नहीं बुलाउणा। ए मेरे दिल दी गल वे, ए मेरे दिल दी गल वे, तेरे दिल दी मैं की जाना। तेरी खैर होवे शाला
दे जा कोई निशानी वगदी नदी दा पानी इंज जाके मुड़ नहीं आंदा जाके जिवें जवानी वगदी नदी दा पानी। बहुत शुक्रिया जी, थैंक यू। बड़ी मेहरबानी ज़ाहिद भाई। मैं अपना एक एक्सपीरियंस भी शेयर कर रहा हूँ कि कोरोना के दिनों जिथे सानू ऑन कैंपस साड़ी अकैडमी नहीं हुई तो मैंने मौका मिले अपने पिंड के आके क्लासा लैन का। इत्थों मैं क्लासा लैना पिंड के कल्चर में समा इंज लगता है जन खलो ही जाता ਤੁਹਾਨੂੰ ਆਪਣੇ ਸੱਜਣਾ ਤੇ ਮਿੱਤਰਾਂ ਨਾਲ ਕੋਲ ਬਹਿਣ ਦਾ ਵੀ ਟਾਈਮ ਮਿਲ ਜਾਂਦਾ ਹੈ ਤੇ ਤੁਸੀਂ ਬੜੀ ਇੱਕ ਖਾਲਿਸ ਜੀ ਲਾਈਫ ਜਿਹੜੀ ਗੁਜ਼ਾਰਨ ਲੱਗ ਪੈਂਦੇ ਹੋ। ਮੇਰਾ ਦਿਲ ਤੇ ਬੜਾ ਕਰਨ ਡਿਆ ਕਿ ਮੈਂ ਪੰਜਾਬੀ ਬੋਲਾਂ ਤੇ ਬੋਲਦਾ ਹੀ ਰਵਾਂ। ਸ਼ਾਇਦ ਬੜੇ ਅਰਸੇ ਬਾਅਦ ਪੰਜਾਬੀ ਬੋਲਣ ਦਾ ਮੌਕਾ ਮਿਲਿਆ ਲੇਕਿਨ ਮੈਂ ਇੱਥੇ ਹੁਣ ਅਫਜ਼ਾਲ ਭਾਈ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਉਣ ਤੇ ਤਕਰੀਬ ਨੂੰ ਅੱਗੇ ਵਧਾਉਣ। ਜੀ ਬੜੀ ਮਿਹਰਬਾਨੀ। अस्सलाम वालेकुम वरहमतुल्लाह। मेरी आवाज़ आ रही है रंगज़ेब भाई? जी अफजाल भाई ਤੁਹਾਡੀ ਆਵਾਜ਼ ਆ ਰਹੀ ਹੈ। जज़ाकल्ला। सब तो पहले तो शुक्रिया ते तमाम दोस्तों ਨੂੰ ਤੇ ਭਾਈਆਂ ਨੂੰ ਮੇਰੇ ਸਲਾਮ ਪਹੁੰਚੇ। ਕੋਸੇ ਕਜ਼ਾ ਦੇ ਅਸੀਂ ਰੰਗ ਵੇਖਨੇ ਆ, 7 ਰੰਗ ਇਕੱਠੇ ਅਸਮਾਨ ਤੇ ਕਿਤਨੇ ਖੂਬਸੂਰਤ ਲੱਗਦੇ ਨੇ। ਉਹ ਕਦੀ ਅਸੀਂ ਇਹ ਨਹੀਂ ਆਖਿਆ ਕਿਸੇ ਨੂੰ ਕਿ ਯਾਰ ਉਹ ਵੇਖ ਇੱਕ ਰੰਗ। ਉਹ ਸਾਰੇ ਰੰਗ ਮਿਲਣ ਤੇ ਤਦ ਹੀ ਉਹ ਖੂਬਸੂਰਤੀ ਚਮਕਾਉਂਦੇ ਨੇ। ਪਾਕਿਸਤਾਨ ਦੀ ਮਿਸਾਲ ਵੀ ਇਸੇ ਤਰ੍ਹਾਂ ਹੀ ਹੈ ਕਿ ਇਹਦੇ 'ਚ ਸਾਰੇ ਸਾਡੇ ਪੰਜਾਬ, ਸਿੰਧ, ਬਲੋਚਿਸਤਾਨ, KPK, GB ਸਾਰੇ ਕਲਚਰ ਮਿਲ ਕੇ ਇਹ 7 ਰੰਗ ਬਣਾਉਂਦੇ ਨੇ। ਤੇ ਇਸੇ ਤਰ੍ਹਾਂ ਅਸੀਂ ਅਗਰ ਪੰਜਾਬ ਦੇ ਵਿੱਚ ਆ ਜਾਈਏ ਤੇ ਸਾਊਥ ਪੰਜਾਬ, ਸੈਂਟਰਲ ਪੰਜਾਬ, ਨਾਰਥ, ਅਪਰ ਪੰਜਾਬ, ਇਹਦੀ ਮਿਸਾਲ ਵੀ ਇਸੇ ਤਰੀਕੇ ਨਾਲ ਹੀ ਹੈ। ਟਾਈਮ ਦੀ ਚੂੰਕਿ ਕਮੀ ਹੈ, ਮੈਂ ਮਿਸ ਸ਼ਾਜ਼ੀਆ ਨੂੰ ਦਾਵਤ ਦੇਣਾ ਕਿ ਉਹ ਹਜ਼ਰਤ ਪੀਰ ਵਾਰਿਸ ਸ਼ਾਹ ਦੇ ਕਲਾਮ ਦੇ ਨਾਲ ਸਾਨੂੰ ਮਹਿਜ਼ੂਜ਼ ਕਰਨ। ਮਿਸ ਸ਼ਾਜ਼ੀਆ। ਮੇਰੇ ਵੱਲੋਂ ਸਭ ਭੈਣ ਭਰਾਵਾਂ ਨੂੰ ਸਲਾਮ। ਤੇ ਅੱਜ ਕਲਚਰ ਡੇ ਹੈਗਾ ਹੈ ਤੇ ਪੰਜਾਬੀ ਕਲਚਰ ਦੀ ਗੱਲ ਹੋਵੇ ਤੇ ਵਾਰਿਸ ਸ਼ਾਹ ਦਾ ਜ਼ਿਕਰ ਨਾ ਹੋਵੇ ਤੇ ਗੱਲ ਮੁਕੰਮਲ ਨਹੀਂ ਹੁੰਦੀ। ਵਾਰਿਸ ਸ਼ਾਹ ਪੰਜਾਬ ਦੀ ਧਰਤੀ ਦੇ ਸਪੂਤ ਸਨ ਤੇ ਉਹਨਾਂ ਦੀ ਸ਼ਾਇਰੀ ਦੇ ਵਿੱਚ ਪੰਜਾਬ ਦੀ ਖੁਸ਼ਬੂ ਰਚੀ ਵਸੀ ਹੋਈ ਹੈ। ਤੇ ਉਹਨਾਂ ਦਾ ਜਿਹੜਾ ਕਿੱਸਾ ਹੀਰ ਰਾਂਝਾ ਹੈ ਪੰਜਾਬ ਦਾ ਇਨਸਾਈਕਲੋਪੀਡੀਆ ਹੈ ਜਿਹਦੇ ਵਿੱਚ ਹੱਸਦਾ ਵਸਦਾ ਸਾਨੂੰ ਪੰਜਾਬ ਨਜ਼ਰ ਆਉਂਦਾ ਹੈ। ਉਹਨਾਂ ਦੇ ਕੁਝ ਅਸ਼ਾਰ ਮੈਂ ਪੇਸ਼ ਕਰਾਂਗੀ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਪੰਜਾਬ ਦੀ ਸਵੇਰ ਕਿਵੇਂ ਤਲੂ ਹੁੰਦੀ ਹੈ ਤੇ ਲੋਕਾਂ ਦੇ ਕਿਹੜੇ ਕਿਹੜੇ ਮੁਸ਼ਾਗਿਲ ਹੁੰਦੇ ਨੇ। ਵਾਰਿਸ ਸ਼ਾਹ ਆਖਦੇ ਨੇ, ਚਿੜੀ ਚੂਕ ਦੀ ਨਾਲ ਜਾਣ ਟੁਰੇ ਪਾਂਦੀ, ਪਈਆਂ ਦੁੱਧ ਦੇ ਵਿੱਚ ਮਧਾਨੀਆਂ ਨਹੀਂ, ਹੋਈ ਸੁਬਾ ਸਾਦਿਕ ਜਦੋਂ ਆਨ ਰੋਸ਼ਨ, ਤਦੋਂ ਲਾਲੀਆਂ ਆਨ ਚਚਲਾਨੀਆਂ ਨਹੀਂ, ਚੰਦਰਬਾਸੀਆਂ ਦੀ ਸ਼ਾਹੀ ਖਤਮ ਹੋਈ, ਸੂਰਜ ਬੰਸੀ ਕਰਦੇ ਹੁਕਮਰਾਨੀਆਂ ਨਹੀਂ, ਇੱਕ ਨੇ ਉੱਠ ਕੇ ਰਿੜਕਾ ਪਾ ਦਿੱਤਾ, ਇੱਕ ਢੂੰਡਦੀ ਫਿਰੇ ਮਧਾਨੀਆਂ ਨਹੀਂ, ਇੱਕ ਉੱਠ ਕੇ ਹਲੇ ਤਿਆਰ ਹੋਏ, ਇੱਕ ਢੂੰਡਦੇ ਫਿਰਨ ਪਰਾਨੀਆਂ ਨਹੀਂ, ਵਜ਼ੂ ਸਾਜ਼ ਜ਼ਾਦਾਂ ਫੜੀ ਤਸਬੀਹ, ਪਾਂਗਾ ਮਸਜਿਦਾਂ ਕਈਆਂ ਮਲਵਾਨੀਆਂ ਨਹੀਂ। ਇਹ ਬਿਲਕੁਲ ਪੰਜਾਬ ਦੀ ਜਿਹੜੀ ਸਵੇਰ ਹੈਗੀ ਹੈ, ਇਹ ਥੋੜੀ ਜਿਹੀ ਪੋਇਟਰੀ ਮੈਂ ਪੇਸ਼ ਕੀਤੀ ਹੈ। ਵੈਸੇ ਤੇ ਹੀਰ ਦੇ ਵਿੱਚ ਹੀਰ ਦੀਆਂ ਕਾਫੀ ਜਲਦਾਂ ਨੇ, ਸਾਰਾ ਤਾਂ ਨਹੀਂ ਅਸੀਂ ਮੈਂਸ਼ਨ ਕਰ ਸਕਦੇ, ਲੇਕਿਨ ਇੱਕ ਛੋਟੀ ਜਿਹੀ ਹੋਰ ਮੁਕਾਲਮਾ ਨਿਗਾਰੀ ਹੈ ਜਿਹੜੀ ਮੈਂ ਅਰਜ਼ ਕਰਨਾ ਚਾਹਾਂਗੀ ਕਿ ਵਾਰਿਸ ਸ਼ਾਹ ਨੇ ਹੀਰ ਤੇ ਰਾਂਝੇ ਦੀ ਆਪਸ ਦੀ ਨੋਕ ਝੋਕ ਤੇ ਸਵਾਲ ਜਵਾਬ ਨੂੰ ਬੜੇ ਜ਼ਬਰਦਸਤ ਅੰਦਾਜ਼ ਵਿੱਚ ਬਿਆਨ ਕੀਤਾ ਹੈ। ਤੇ ਵਾਰਿਸ ਸ਼ਾਹ ਉਹਦੇ ਨਾਲ ਔਰਤ ਦੇ ਦੁੱਖ ਸੁੱਖ ਤੇ ਔਰਤ ਦੇ ਮੁਕਾਮ ਨੂੰ ਵੀ ਜਾਣਦੇ ਸਨ ਕਿ ਪੰਜਾਬ 'ਚ ਔਰਤ ਨੂੰ ਕੀ ਮੁਕਾਮ ਦਿੱਤਾ ਜਾਂਦਾ ਹੈ। ਰਾਂਝਾ ਹੀਰ ਨੂੰ ਮੁਖਾਤਿਬ ਕਰਕੇ ਔਰਤ ਨੂੰ ਬੇਵਫਾ, ਮਕਾਰ, ਬੇਤਬਾਰ ਤੇ ਮਜ਼ਹਬ ਵਿੱਚ ਨਾਕਸੁਲ ਅਕਲ ਕਹਿੰਦਾ ਹੈ ਸ਼ਰਾ ਵਿੱਚ ਨਾ ਮਨਜ਼ੂਰ ਕੋਲ ਰਹਿਣਾ। ਰਾਂਝਾ ਹੀਰ ਨੂੰ ਆਗ ਸੁਣਾਉਂਦਾ ਹੈ, ਮਕਰ ਰਨ ਤੇ ਜੇੜ ਨਾ ਮੱਕਰ ਕੋਈ, ਰੱਬ ਵਿੱਚ ਕੁਰਾਨ ਫਰਮਾਉਂਦਾ ਹੈ। ਹੀਰ ਜਦੋਂ ਇਹ ਗੱਲ ਸੁਣਦੀ ਹੈ ਤੇ ਹੀਰ ਔਰਤਾਂ ਨੂੰ ਡਿਫੈਂਡ ਕਰਦੀ ਹੈ ਤੇ ਔਰਤ ਦੀ ਜਾਨਿਸਾਰੀ ਤੇ ਖਲੂਸ ਦਾ ਬਿਆਨ ਕਰਨ ਵਾਸਤੇ ਕੁਝ ਅਰਜ਼ ਕਰਦੀ ਹੈ। ਹੀਰ ਆਖਦੀ ਰੰਨਾ ਨੂੰ ਨੰਦ ਨਹੀਂ, ਹਿਨ ਖਚਾ ਤੇ ਆਪ ਨੂੰ ਚਾਲਦੀ ਏ, ਰੰਗ ਜੇੜ ਨਾ ਹੱਦ ਹੈ ਕਿਸੇ ਕਰਨਾ, ਰੰਗ ਠੀਕ ਤੇ ਮਾਲ ਨਾ ਭਾਲਦੀ ਏ, ਜ਼ੁਲੈਖਾ ਛਭਾਲਦੀ ਏ, ਵਲੀ ਗੌਸ ਇਹਨਾਂ ਤੋਂ ਹੋਏ ਪੈਦਾ, ਹਵਾ ਸਮਝ ਲੈ ਉਸ ਦੇ ਨਾਲ ਦੀ ਹੈ, ਹਟ ਰਨ ਦੇ ਜੇੜ ਨਾ ਮਰਦ ਕਰਦਾ, ਵਾਰਿਸ ਸ਼ਾਹ ਨੂੰ ਖਬਰ ਉਸ ਦੇ ਹਾਲ ਦੀ ਹੈ। ਸ਼ੁਕਰੀਆ ਮੇਰੇ ਭੈਣ ਭਰਾਓ, ਸਭ ਖੁਸ਼ ਰਹੋ।
मैं मिस शाजिया ਦਾ ਸ਼ੁਕਰੀਆ ਅਦਾ ਕਰਨਾ ਵਾ ਕਿ ਉਹਨਾਂ ਇਸ ਖੂਬਸੂਰਤ ਕਲਾਮ ਦੇ ਨਾਲ ਜਿਹੜੇ ਸਾਡੇ ਸੋਚ ਮੁਨੱਵਰ ਕੀਤੀ ਤੇ ਅੱਗੇ ਇੱਕ ਮੈਂ ਗੱਲ ਕਰਨਾ ਚਾਹੁੰਦਾ ਵਾਂ ਕਿ ਮੇਰਾ ਦਾਗਿਸਤਾਨ ਰਸੂਲ ਹਮਜ਼ਾ ਤੌਫ ਨੇ ਕਿਤਾਬ ਲਿਖੀ ਮੁਸਤਨਸਰ ਸੈਂਤਾਰੜ ਦੇ ਫੇਵਰਟ ਸ਼ਾਇਰ ਸਨ। ਉਹਦੇ 'ਚ ਇੱਕ ਕਿੱਸਾ ਬਿਆਨ ਕਰਦੇ ਨੇ ਕਿ ਸਾਡੇ ਇਲਾਕੇ ਦੀ ਇੱਕ ਖਾਤੂਨ ਸੀ, ਉਹਦਾ ਬੇਟਾ ਬਰਤਾਨੀਆ ਚਲਾ ਗਿਆ, ਕਾਫੀ ਅਰਸਾ ਵਾਪਸ ਨਾ ਆਇਆ। ਸਾਰੇ ਉਹਨੂੰ ਕਹਿਣ ਕਿ ਮਾਈ ਤੇਰਾ ਬੇਟਾ ਮਰ ਗਿਆ ਤੇ ਉਹਨੇ ਵਾਪਸ ਨਹੀਂ ਆਣਾ। ਤੇ ਉਹ ਰਸੂਲ ਹਮਜ਼ਾ ਤੌਫ ਕਹਿੰਦਾ ਕਿ ਮੈਂ ਆਪਣਾ ਇੱਕ ਵਾਰੀ ਗਿਆ ਬਰਤਾਨੀਆ, ਮੇਰੀ ਉਹਦੇ ਨਾਲ ਮੁਲਾਕਾਤ ਹੋ ਗਈ, ਬੜਾ ਖੁਸ਼ਹਾਲ ਸੀ ਤੇ ਸਾਰੇ ਵਸਾਇਲ ਸਨ ਉਹਦੇ ਕੋਲ। ਮੈਂ ਵਾਪਸ ਆਇਆ ਤੇ ਮੈਂ ਉਹਦੀ ਮਾਂ ਨੂੰ ਕਿਹਾ ਕਿ ਮਾਈ ਤੇਰਾ ਪੁੱਤਰ ਜਿਹੜਾ ਹੈ ਨਾ ਉਹ ਜ਼ਿੰਦਾ ਹੈ। ਤੇ ਉਹ ਖੁਸ਼ ਹੋ ਗਈ ਤੇ ਅੱਗੋਂ ਕਹਿੰਦੀ ਹੈ ਮੇਰੇ ਇਲਾਕੇ ਦੀ ਜ਼ੁਬਾਨ ਬੋਲਦਾ ਹੈ। ਤੇ ਮੈਂ ਕਿਹਾ ਮਾਈ ਨਹੀਂ, ਉਹ ਤੇ ਸਾਰੀ ਅੰਗਰੇਜ਼ੀ ਬੋਲਦਾ ਹੀ, ਹੁਣ ਤੇਰੇ ਇਲਾਕੇ ਦੀ ਜ਼ੁਬਾਨ ਤੇ ਨਹੀਂ ਬੋਲਦਾ। ਉਹ ਕਹਿੰਦੀ ਹੈ ਪੁੱਤਰ ਫਿਰ ਤੂੰ ਕਿਸੇ ਹੋਰ ਨਾਲ ਮਿਲਿਆ, ਮੇਰਾ ਪੁੱਤਰ ਵਾਕਈ ਮਰ ਗਿਆ ਹੈ। ਮੈਂ ਦਾਵਤ ਦੇਣਾ ਵਾਂ ਮਿਸ ਸਫਾ ਨੂੰ ਕਿ ਉਹ ਇਲਾਕੇ ਦੇ ਟ੍ਰੈਡੀਸ਼ਨਸ ਕਸਟਮ ਦੇ ਉੱਤੇ ਆਪਣੇ ਖਿਆਲਾਤ ਦਾ ਇਜ਼ਹਾਰ ਕਰਨ। आवाज आ रही है मेरी? मेरी आवाज आ रही है? जी आ ਸਫਾ रही है। ਤੁਹਾਡੀ अच्छा जी, माजरत दे नाल मेरी पंजाबी बहुती चंगी नहीं है तो मैं उर्दू च गल करांगी। मेरी वालदा का ताल्लुक पश्तून ट्राइब से है, वो पठान है और वो पारा चनार से बिलोंग करती है। और मेरे वालिद साहब जो हैं वो पंजाबी हैं। तो मैंने अपने ख़ानदान में, अपनी फैमिली में पश्तून और पंजाब दोनों कल्चर जो हैं उनका एक मिक्सचर देखा था। तो मेरी वालदा जहाँ से बिलोंग करती हैं पारा चनार के बहुत छोटे से गांव से, और उसको गांव भी नहीं गढ़ी कहा जाता है। और गढ़ियाँ बेसिक में क्या होता है कि 7-8 घर होते हैं और उन घरों के दरमियान में एक तंदूर होता है और एक कुआं होता है। तो जब वहाँ पर पश्तून जो हैं उनको पता चलता है कि उनके पास पंजाब से कोई मेहमान आ रहा है, तो उनका ट्रेडिशन और कल्चर ही बिल्कुल मुख्तलिफ है। तो जब हम अपनी वालदा के गांव में जाते थे तो वहाँ पूरे गांव में पता चल जाता था कि पंजाब से मेहमान आ रहे हैं। और होता ये था कि वहाँ 2 दिन पहले से, मेहमान आने से 2 दिन पहले, वहाँ के जो जवान लोग थे, जो यंगस्टर्स थे, वो पूरी गली की सफाई शुरू कर देते थे। सारे घर साफ करते थे, सारी गलियाँ साफ करते थे। उसके बाद वो एक एक घर में जाकर पूछते थे कि आपको किसी चीज़ की ज़रूरत तो नहीं है, खाने पीने की, गोश्त, देसी घी, आटा, चीनी सब कुछ लाकर वहाँ पर घरों में रख दिया जाता था। उसके बाद 2 दिन पहले ये सब कुछ किया जाता था। आखिरी दिन मेहमान आने से 1 दिन पहले पूरे गांव में, जो पूरी गली होती थी, पता चल जाता था कि पंजाब से मेहमान आ रहे हैं, तो पूरे गांव में दिए जला दिए जाते थे और उस रात कोई नहीं सोता था। सब लोग जागते थे, सब लोग बाहर चौक में बैठ जाते थे जहाँ पे वो तंदूर था और एक कुआं था। वहाँ बैठ के वो अपने ट्रेडिशनल जो गाने हैं वो गाते थे। सुबह 5 बजे की ट्रेन से हम लोगों ने वहाँ पहुँचना होता था। तो सब लोग 5 बजे तक जागते थे और जैसे ही 5 बजते थे सब लोग ट्रेन के स्टेशन पर पहुँच जाते थे हमें रिसीव करने के लिए। पूरा गांव यानी पूरी गली जो 7-8 लोग घर थे वो सब वहाँ पर पहुँच जाते थे। उसके बाद वो हमें रिसीव करके वापस लाते थे। मेहमान हम एक घर के होते थे, लेकिन सब पूरी गली को पता होता था कि पंजाब से मेहमान आ रहे हैं। उसके बाद चाय शाय हमें पिलाई जाती थी और फिर सारे घर आकर वहाँ बैठ जाते थे और बारियाँ लग जाती थी कि आज रात का खाना एक घर होगा, अगले दिन नाश्ता एक घर होगा, दोपहर का खाना एक और घर में होगा। यानी सब घर जो हैं वो बारी बारी पार्टिसिपेट करते थे। और रात के वक्त जब रोटियां लगाने का वक्त आता था तो सब औरतें इकट्ठी एक तंदूर पर बैठ जाती थी और अपनी अपनी चैनकों में, जो छोटी छोटी केटल्स होती हैं, उनमें वो चाय लेकर आ जाती थी। और अगर उनकी चैनक से चाय ना पी जाए तो वो उस चीज़ को बहुत बुरा मनाती थी कि आपने हमारी चैनक से चाय नहीं पी। यानी हम एक एक घूंट हर किसी की चैनक से ज़रूर पीते थे। उसके बाद जब वापस जाने का वक्त आता था तो इसी तरह 2 रात पहले से ही वहाँ पर दिए जलना शुरू हो जाते थे कि मेहमानों ने, पंजाब से मेहमानों ने वापस जाना है। बाज़ार में बता दिया जाता था कि पंजाब से जो मेहमान आए हैं वो वापस जा रहे हैं, अब वो ख़रीदारी करेंगे और हमसे 1 रुपया नहीं वसूल किया जाता था कि आप लोग पंजाब से आए हैं, आप हमारे मेहमान हैं। और एक रात पहले वहाँ की जो औरतें हैं वो टोकरियाँ बनाती थी। उन टोकरियों को पच्छियाँ कहते हैं।
और उन पक्षियों में एक रात पहले सामान भर दिया जाता था, खाने पीने का, केक और रोटियां और ड्राई फ्रूट जो होता है वो, कावे, वो सब चीज़ें भर दी जाती थी। अगले दिन सुबह 5 बजे हमें फिर पूरा गांव वापस सी ऑफ करने जाता था और 2 लोग हमारे साथ जाते थे जो हमें घर तक छोड़ के आते थे, और फिर वो वहाँ रहते नहीं थे, वो हमें हमारे घर तक पहुँचा के वहीं से अगली ट्रेन से वापस आ जाते थे। तो मैंने ये ट्रेडिशन आज इसलिए आपके साथ शेयर किया कि हमारा जो एक अभी प्रिवेलेंट कंडीशन है, हमें एथनिक इश्यूज हैं, हमें लगता है कि हमारे सिंधी भाई हमसे प्यार नहीं करते, हमें लगता है हमारे बलोची भाई हमसे प्यार नहीं करते, हमें लगता है कि हमारे आपस में शायद वो प्यार मोहब्बत अब नहीं है। तो ऐसी कोई बात नहीं है, वो आज भी हमारे पश्तून भाई हम पंजाबी भाइयों से उतनी ही प्यार और मोहब्बत करते हैं, और हमें भी चाहिए कि कल को जब हमारे दूसरे भाई भी हमारे पास मेहमान बन के आए तो हम ऐसी ही मेहमान नवाजी कर सकते हैं। बहुत शुक्रिया। ਮੈਂ ਇਸ ਸਫਾ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਵਾ ਕਿ ਉਹਨਾਂ ਨੇ ਪੰਜਾਬ ਦੇ ਖੂਬਸੂਰਤ ਕਲਚਰ ਦੇ ਉੱਤੇ ਰੋਸ਼ਨੀ ਪਾਈ। ਸਾਨੂੰ ਇਹ ਇਤਨੀ ਖੂਬਸੂਰਤ ਰਵਾਇਤ ਨੇ ਸਾਡੀਆਂ, ਸਾਨੂੰ ਇਹਦੇ ਤੇ ਫਖਰ ਹੈ। ਇਹ ਵੱਖਰੀ ਗੱਲ ਹੈ ਕਿ ਅੱਜ ਕੱਲ੍ਹ ਅਸੀਂ ਥੋੜਾ ਜਿਹਾ ਮਾਠੇ ਹੁੰਦੇ ਜਾਂਦੇ ਹਾਂ, ਸਾਨੂੰ ਦੇਸੀ ਕੁੱਕੜ ਢੂੰਡਣਾ ਪੈਂਦਾ। ਤੇ ਹੁਣ ਮੈਂ ਦਾਵਤ ਦਿਆਂਗਾ ਉਸਾਮਾ ਮਾਨਦ ਸਾਹਿਬ ਨੂੰ ਕਿ ਉਹ ਆਪਣੀ ਫਨੀ ਪੋਇਟਰੀ ਦੇ ਨਾਲ ਸਾਨੂੰ ਮਹਿਸੂਸ ਕਰਨ। ਬਹੁਤ ਸ਼ੁਕਰੀਆ ਅਫਜ਼ਾਲ ਸਾਹਿਬ, ਮਿਹਰਬਾਨੀ ਤੁਹਾਡੀ ਮੈਨੂੰ ਦਾਵਤ ਦੇਣ ਦੀ। ਤੇ ਮੈਂ MPDT ਦੇ ਅਰਬਾਬ ਇਖਤਿਆਰ ਦਾ ਵੀ ਸ਼ੁਕਰੀਆ ਅਦਾ ਕਰਨਾ ਕਿ ਜਿਨ੍ਹਾਂ ਨੇ ਸਾਨੂੰ ਪੰਜਾਬੀ ਡੇ ਮਨਾਉਣ ਦਾ ਮੌਕਾ ਦਿੱਤਾ। ਬਲਕਿ ਮੇਰੀ ਗੁਜ਼ਾਰਿਸ਼ ਹੋਵੇਗੀ MPDT ਨਾਲ ਕਿ ਕੋਈ ਪੰਜਾਬੀ ਤੇ ਸਰਾਇਕੀ ਦਾ ਵੀ ਇੱਕ ਮੋਡਿਊਲ ਸ਼ਾਮਲ ਕੀਤਾ ਜਾਵੇ। ਮੈਨੂੰ ਤੇ ਇੰਝ ਹੀ ਮਹਿਸੂਸ ਹੁੰਦਾ ਹੈ ਕਿ ਕਿਸੇ ਅੰਗਰੇਜ਼ ਨੂੰ ਕੋਈ ਪੰਜਾਬੀ ਸਾਰੀ ਉਮਰ ਪੜ੍ਹਾਈ ਜਾਵੇ, ਪ੍ਰੈਜੈਂਟੇਸ਼ਨ ਪੰਜਾਬੀ 'ਚ, ਉਹਦੀਆਂ ਕਿਤਾਬਾਂ ਪੰਜਾਬੀ 'ਚ, ਬਾਅਦ 'ਚ ਉਹਨੂੰ ਇੰਗਲੈਂਡ ਭੇਜਤਾ ਜਾਵੇ, ਜਾ ਕੇ ਇੰਗਲਿਸ਼ ਲੋਕਾਂ ਦੇ ਵਿੱਚ ਜਾ ਕੇ ਤੂੰ ਸਰਵ ਕਰ। ਤੇ ਇਸ ਲਈ ਜਿਹੜਾ ਹੈ ਨਾ ਸਾਨੂੰ ਵੀ ਜਿਹੜਾ ਹੈ ਨਾ ਥੋੜਾ ਜਿਹਾ ਮੌਕਾ ਦੇਣਾ ਚਾਹੀਦਾ ਹੈ ਕਿ ਅਸੀਂ ਪੰਜਾਬੀ ਨੂੰ ਸਿੱਖ ਸਕੀਏ। ਇਹ ਚੀਜ਼ ਦੇਖ ਕੇ ਵੀ ਮੈਨੂੰ ਬਹੁਤ ਦੁੱਖ ਹੁੰਦਾ ਹੈ ਕਿ ਅੱਜ ਅਗਰ ਬੱਚਾ ਜਾ ਕੇ ਬਾਹਰ ਜਾਂ ਘਰ ਆ ਕੇ ਪੰਜਾਬੀ ਬੋਲਦਾ ਹੈ ਤੇ ਸਭ ਤੋਂ ਪਹਿਲੇ ਮਾਂ ਉਹਨੂੰ ਪੰਜਾਬੀ ਤੋਂ ਡਾਂਟਦੀ ਹੈ ਵੀ ਪੁੱਤਰ ਪੰਜਾਬੀ ਨਹੀਂ ਬੋਲਣੀ, ਇਹ ਜ਼ਬਾਨ ਠੀਕ ਨਹੀਂ ਹੈਗੀ। ਤੇ ਇਸ ਚੀਜ਼ ਤੋਂ ਸਾਨੂੰ ਅਵੋਇਡ ਕਰਨਾ ਚਾਹੀਦਾ ਹੈ, ਇਹਦੇ ਤੋਂ ਬਚਣਾ ਚਾਹੀਦਾ ਹੈ। ਤੇ ਮੈਂ ਇੱਕ ਛੋਟੀ ਜਿਹੀ ਮਜ਼ਾਹੀਆ ਨਜ਼ਮ ਇੱਕ ਲੱਭੀ ਹੈਗੀ ਤੁਹਾਡੇ ਸਾਰੇ ਭੈਣਾਂ ਭਰਾਵਾਂ ਦੀ ਨਜ਼ਰ 'ਚ ਮੈਂ ਪੇਸ਼ ਕਰਨਾ ਹੈਗਾ। ਵੈਸੇ ਬੰਦੇ ਨੂੰ ਸੁਬਾਹ ਚੰਦ ਮਿੰਟ ਸਾਈਡ ਤੇ ਹੋਣ ਤੇ ਕੈਮਰੇ ਤੋਂ ਅਗਰ ਸ਼ੋਅਕਾਜ਼ ਮਿਲਿਆ ਹੋਵੇ ਪੂਰੇ ਦਿਨ ਦੀ ਅਬਸੈਂਟ ਦਾ, ਤੇ ਮਜ਼ਾਹੀਆ ਸ਼ਾਇਰੀ ਤਾਂ ਨਹੀਂ, ਵੈਸੇ ਗਮਗੀਨ ਸ਼ਾਇਰੀ ਤੇ ਦਿਲ ਕਰਦਾ, ਲੇਕਿਨ ਮੈਂ ਕੋਸ਼ਿਸ਼ ਕਰਨਾ ਹੈਗਾ। ਇਸ ਮੇਰੀ ਨਜ਼ਮ ਦਾ ਇਨਵਾਨ ਹੈ ਹਕੀਮ ਦਾ ਬਸਤਾ। ਪਿੰਡਾਂ 'ਚ ਹਕੀਮ ਹੁੰਦੇ ਨੇ ਕਿ ਜਿਹੜੇ ਉਹ ਕੋਈ ਬਿਮਾਰ ਹੋ ਜਾਂਦਾ ਹੈਗਾ ਤੇ ਫਿਰ ਉਹ ਲੋਕ ਉਹਨੂੰ ਬੁਲਾਉਂਦੇ ਨੇ ਦਵਾਈ ਵਾਸਤੇ। ਤੇ ਇਹ ਵੀ ਇੱਕ ਹਕੀਮ ਸਾਹਿਬ ਸੀ, ਉਹ ਫਰਮਾਉਂਦੇ ਨੇ ਕਿ ਲੰਬੜਾਂ ਦੀ ਮਾਈ ਸੀ ਬਿਮਾਰ ਮੈਨੂੰ ਸੱਦਿਆ। ਲੰਬੜ ਕਹਿੰਦੇ ਨੇ ਨੰਬਰਦਾਰਾਂ ਨੂੰ। ਲੰਬੜਾਂ ਦੀ ਮਾਈ ਸੀ ਬਿਮਾਰ ਮੈਨੂੰ ਸੱਦਿਆ ਤੇ ਬਸਤਾ ਦਵਾਈਆਂ ਵਾਲਾ ਮੋਢੇ ਤੇ ਮੈਂ ਲੱਦਿਆ। ਵੇਖੀ ਉਹਦੀ ਨਬਜ਼ ਤੇ ਸਾਹ ਵਿੱਚ ਚੱਲ ਸੀ, ਵੇਖੀ ਉਹਦੀ ਨਬਜ਼ ਤੇ ਸਾਹ ਵਿੱਚ ਚੱਲ ਸੀ, ਹਲਕਾ ਬੁਖਾਰ ਤੇ ਬਾਕੀ ਮਾਈ ਵੱਲ ਸੀ। ਮਾਈ ਦੇ ਆ ਮੁੰਡਿਆਂ ਨੂੰ ਸੱਦਿਆ ਮੈਂ ਕੋਲ ਕੋਲ, ਮਾਈ ਦੇ ਆ ਮੁੰਡਿਆਂ ਨੂੰ ਸੱਦਿਆ ਮੈਂ ਕੋਲ ਕੋਲ, ਦੱਸੀਆਂ ਬਿਮਾਰੀਆਂ ਮੈਂ ਮਾਈ ਵਿੱਚੋਂ ਫੋਲ ਫੋਲ। ਇੱਕੋ ਪੂੜੀ ਦਿੱਤੀ ਮੈਂ ਮਾਈ, ਇੱਕੋ ਪੂੜੀ ਦਿੱਤੀ ਮੈਂ ਵਧੀਆ ਦਵਾਈ ਦੀ, ਇੱਕੋ ਪੂੜੀ ਦਿੱਤੀ ਮੈਂ ਵਧੀਆ ਦਵਾਈ ਦੀ, ਸਿਹਤ ਭਲਾ ਨਹੀਂ ਕਿੱਦਾਂ ਠੀਕ ਹੋ ਗਈ ਨਾ ਮਾਈ ਦੀ। ਦੂਜੇ ਦਿਨ ਗਿਆ ਮੈਂ ਦਵਾਈ ਦੇਣ ਮਾਈ ਨੂੰ, ਦੂਜੇ ਦਿਨ ਗਿਆ ਮੈਂ ਦਵਾਈ ਦੇਣ ਮਾਈ ਨੂੰ, ਟਾਲ ਕਿਹੜਾ ਸਕਦਾ ਹੈ ਰੱਬ ਵੱਲੋਂ ਆਈ ਨੂੰ। ਰੱਬ ਦਾ ਇਹ ਕਰਨਾ ਹੈ ਕਿ ਮਾਈ ਮਰ ਗਈ ਸੀ, ਮੇਰੇ ਲਈ ਵੀ ਮੌਤ ਦਾ ਸਮਾਨ ਕਰ ਗਈ ਸੀ। ਮਾਈ ਦੇ ਆ ਮੁੰਡਿਆਂ ਮੈਨੂੰ ਹੀ ਵਛਾ ਲਿਆ, ਮਾਈ ਲਈ ਜੋ ਮੰਜਾ ਆਂਦਾ ਉਹਦੇ ਉੱਤੇ ਹੀ ਪਾ ਲਿਆ। ਵਛਾ ਲਿਆ ਦਾ ਮਤਲਬ ਹੁੰਦਾ ਹੈ ਕਿ ਮਾਰਨ ਵਾਸਤੇ, ਕੁੱਟਣ ਵਾਸਤੇ ਲੰਮਾ ਪਾ ਲੈਣਾ, ਤੇ ਮੰਜਾ ਚਾਰਪਾਈ ਨੂੰ ਕਹਿੰਦੇ ਨੇ। ਮਾਈ ਦੇ ਆ ਮੁੰਡਿਆਂ ਨੇ ਮੈਨੂੰ ਹੀ ਵਛਾ ਲਿਆ ਤੇ ਮਾਈ ਲਈ ਜੋ ਮੰਜਾ ਆਂਦਾ ਉਹਦੇ ਉੱਤੇ ਹੀ ਪਾ ਲਿਆ। ਰਲ ਮਿਲ ਸੌੜ ਲਾਈ ਮੈਨੂੰ ਉਹਨਾਂ ਸਭਨਾ, ਕਹਿਣ ਲੱਗੇ ਮਾਈ ਦੇ ਨਾਲ ਤੈਨੂੰ ਦਬਨਾ। सौड़ लाई का मतलब होता है कि मारना पीटना, बहुत ज्यादा पिटाई करना। रल मिल सौड़ लाई मैनू उन्हां सबना, कहन लगे माई दे नाल तैनू दबना। एक जाना काना मेरा मेच के भी लै गया, बब्बोड़िका होके मैं भी सोचा विच पै गया। बब्बोड़िका ऐसी कंडीशन को कहते हैं जो रोने से बिल्कुल पहले की कंडीशन होती है, और जो डेड बॉडी होती है उसका साइज लेने के लिए काना की लकड़ी होती है, उसके साथ उसका नाप किया जाता है। एक जाना काना मेरा मेच के भी लै गया, बब्बोड़िका होके मैं भी सोचा विच पै गया। आलमे रवाह विच सिर च सवाह पऊ, कबर विच मैनू करना माई नाल निकाह पऊ।
आलमे रवा विच सिर च सवाह पो, कबर विच माई नाल करना निकाह पो। तौबा 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 तौबा। बाबा एक बोलिया होश करो लंबड़ो, बाबा एक बोलिया होश करो लंबड़ो, कली दफनाओ मां कली दफनाओ मां है तुहाडी कंजरो। लीरे मेरे पाड़ गया, कच्छा कला रह गया, ते कच्छे नूं कुंज के मैं फूड़ी उत्ते बह गया। ते मिंटां दे विच होई पिंड विच हाय हाय हाय, ते मिंटां च विच होई पिंड विच हाय हाय हाय। माई दे जनाजे नालों मैनूं बहुत वेखण आए। तरले मैं पाई जावां हथ पैर फड़ के, तरले मैं पाई जावां हथ पैर फड़ के, लोकां ने छड़ाया मैनूं आपे विच वड़ के। मिन्नतां मैं कीतियां ओए वस हुंदा रब दे, मिन्नतां मैं कीतियां ओए वस हुंदा रब दे, साह कदों वधदे दुआई नाल सब दे। मिन्नतां मैं कीतियां ओए वस हुंदा रब दे, साह कदों वधदे दुआई नाल सब दे। दित्ती जो मैं माई नूं दवाई बड़ी खरी सी, दित्ती जो मैं माई नूं दवाई बड़ी खरी सी, ओ मेरी मां भी कंजरो इसे दवाई नाल मरी सी। थैंक यू। मैं उसामा भाई थोड़ा शुक्रिया अदा करना वा ते इतनी खूबसूरत पंजाबी सुन के मैं भी बब्बू डिक्का हो गया वा। ते मैं हुण दावत देंगा सीधा मिस सनम अकरम नूं वो साउथ पंजाब दे कल्चर दे उत्ते गल करन दी। बताइएगा अगर मेरी आवाज आ रही है तो। जी आवाज आ रही है तुहाडी। ओके बेहतरीन हो गया। पाकिस्तान दुनिया के उन चंद ममालिक में से एक है जहाँ पे अल्लाह ने हर नेमत जो है उसे वो नवाजा है। इन्हीं नेमतों में से एक नेमत यहाँ के सहरा भी हैं। इन सहराओं में से अगर हम बात करें तो एक बहुत ही खूबसूरत सहरा सहराई चोलिस्तान है। सहराई चोलिस्तान जिसे मुकामी जुबान में लोग रूही से भी पुकारते हैं। चोलिस्तान का लफ्ज तुर्की जुबान से निकला है जिसके मायने है रेत की जमीन। और चोलिस्तान की जब बात हो तो हम कैसे भूल सकते हैं चोलिस्तान जीप रैली को। इस साल फरवरी के महीने में 16वीं चोलिस्तान जीप रैली का एहतमाम किया गया जिसके फातिह साहबजादा सुल्तान करार पाए। और चोलिस्तान डेजर्ट जीप रैली का इख्तिताम फायरवर्क्स नाइट पे होता है। फायरवर्क्स नाइट द फेमस किला दरावड़ के ऊपर की जाती हैं। और जब हम किला दरावड़ की बात करें तो कहा जाता है कि किला दरावड़ में एक ऐसी सुरंग है जो किला दरावड़ को दिल्ली के साथ जोड़ती है। और जब हम बात कर ही रहे हैं रेस की तो कैमल रेस को हम कैसे भूल सकते हैं। चोलिस्तान के लोग त्योहारों पर कैमल रेस का इनेकाद करते हैं। कैमल रेस देखने के लिए ना सिर्फ पूरे पाकिस्तान से लोग आते हैं बल्कि दूर दूर से सयाह भी तशरीफ लाते हैं। और कैमल रेस की बात हो और हम कैमल डांस की बात ना करें, बरसात हो या बहार या कोई भी त्यौहार, चोलिस्तान के लोग कैमल डांस बहुत खूब अंदाज से मनाते हैं। यहाँ पे लोग अपने जो ऊंट हैं उनको रंग बिरंगे कपड़ों से सजाकर भरपूर अंदाज में कैमल डांस को पेश करते हैं। इसी तरह त्योहारों की बात हो और हम भूल जाएं मौसीकी को, ये भी मुमकिन नहीं। चोलिस्तान की सरजमीन का एक जगमगाता नाम कृष्ण लाल भील है जिसे वॉइस ऑफ चोलिस्तान भी कहा जाता है। कृष्ण लाल भील की अगर हम बात करें तो इनके साथ साथ हम फकीरा भगत को कैसे भूल सकते हैं। फकीरा भगत को ब्रिटिश गवर्नमेंट ने फोक अवार्ड से उनकी बैनुल अक़वामी खिदमत की वजह से नवाजा था। चोलिस्तान में मिट्टी के बर्तनों का रिवाज आज भी मौजूद है। चोलिस्तान के लोग ये मिट्टी के बर्तनों पर ये बहुत ही खूबसूरत नक्शों बनाकर उनको पूरे मुल्क में सप्लाई करते हैं। आज भी चोलिस्तान के लोग सेमी परमानेंट हट्स या अपने हम जो घर कह सकते हैं उनमें रहते हैं जिन्हें बरसात और हर तरह के मौसम से बचाती हैं। चोलिस्तान की औरतें बहुत ही खूबसूरत रंग बिरंगे और जिद बिद करते कपड़े पहनती हैं और इनकी ज्वेलरी जो होती है वो बहुत ही खास किस्म की होती है जो तांबे और चांदी से बनी हुई होती है। और इनकी चूड़ियाँ जो होती हैं वो वाइट मेटल की बनी होती हैं जो कि बहुत ही मुनफरिद डिजाइन में होती हैं। इसी तरह से जो चोलिस्तान है वहाँ पे बहुत ही खूबसूरत और वहाँ पे बहुत ही खूबसूरत एक कल्चर पाया जाता है। और इसी को मैं एंड करूंगी एक शेर से। मेरे मुल्क मले ते मारू थलड़ा रोही चोलिस्तान में तू जे यार फरीद कबूल करे सरकार भी तू सुल्तान भी तू। बहुत शुक्रिया।
ਸ਼ੁਕਰੀਆ ਮਿਸ ਸਨਮ, ਬਹੁਤ ਖੂਬਸੂਰਤ ਕੰਟਰੀਬਿਊਸ਼ਨ ਸੀ ਤੁਹਾਡੀ। ਟਾਈਮ ਸਾਡੇ ਸਾਰਿਆਂ ਕੋਲ ਘੱਟ ਹੈ, ਅਸੀਂ ਅਸਗਰ ਲਗਾਰੀ ਸਾਹਿਬ ਨੂੰ ਦਾਵਤ ਦਿੰਦੇ ਹਾਂ ਕਿ ਉਹ ਪੰਜਾਬੀ ਤੇ ਸਰਾਇਕੀ ਸ਼ਾਇਰੀ ਦੇ ਨਾਲ ਸਾਨੂੰ ਮਹਿਜ਼ੂਜ਼ ਕਰ। जी थैंक यू वेरी मच अफजाल भाई, शुक्रिया। पहले मैं बाबा बुल्ले शाह का एक छोटा जिहा कलाम सुनावांगा पंजाबी दे हवाले नाल। चढ़दे सूरज ढलदे वेखे, बुझदे दीवे बलदे वेखे, हीरे दा कोई मुल न तारे, खोटे सिक्के चलदे वेखे, जिन्हां दा ना जगते कोई, ओ पुत्र भी पलदे वेखे, ओदी रहमत दे नाल बंदे पानी उते चलदे वेखे, लोकी कहंदे दाल नहीं गलदी, मैं ते पत्थर गलदे वेखे, जिन्हां कदर ना कीती यारां दी, हथ खाली ओ मलदे वेखे। हुण मैं जरा सराइकी शायरी दे एक दो चीज़ां सुने सा तुहानू। पहले एक बड़ा मशहूर है सराइकी पोएट्री दे हवाले ना, उश्तर दे डोड़े मशहूर हैं, एक कदम मैं वो सुने सा। उंदे हन जज्बात तलातुम विच, उंदी हर एक गाल को जल्दी है, सातु जल्द जवाब न जुड़दे हन, उंदे हर सवाल को जल्दी है जल्दी जल्दी चौतरफों, साढ़े वक्त विसाल को जल्दी है, तहु जल्दी उश्तर रुल गए हाँ, साढ़े बख्त इकबाल को जल्दी है। हुण साढ़े एक दोस्त साद बिन खालिद, मेरा बड़ा अच्छा छोटा भाई है, वो एक फरमाइश की थी अहमद खान तारिक सराइकी शायरी दा बड़ा एक शेक्सपियर दा दर्जा रखदे सारे इलाके दे विच, फौत थी गए, उन्हां दा थोड़ा जिहा कलाम सुना रहे सूं। मेरे दिल दी कंध कां मेरा, जड़ा हाल वंडेंदे रो डेंदे, कदी ए सुनवा कदी ओ सुनवा, जो गाल सुनेंदे रो डेंदे, कदी आहदे परसों आंदा पे, मोए होए चबलेंदे रो डेंदे, कां तारिक है बेईमान वड़ा, तूने कूड़ मरेंदे रो डेंदे। बस आखिर एक सरवर करबलाई साहब मरहूम फौत थी गए, वो ज़्यादातर तो उन्हें दी जिहड़ी शायरी ज़्यादातर मतलब वाक़या करबला दे हवाले नाल उन्होंने बड़ा अच्छा कलाम आखे, उन्हें एक दो किताबां भी लिखन, ते उनका एक कलाम है सरवर करबलाई साहब। तलवार तो हथ तीर तो गल भेज दीवीचे, कातिल को उंदी करनी दा फल भेज दीवीचे, देखूं तो सही कौन केड़े पानी विच है, सावण तो कई साहक दा थल भेज दीवीजे, आसमान तू रिज़्क जे लांदे एहसान वांगू, आसमान तू रिज़्क जे लांदे एहसान वांगू, एहसान को आसमान दो वल भेज दीवीजे। वो देखना चाहता है मेरे भाण पुराने, भाणा ये कहते हैं ना कवाड़ जिसको कहते हैं, वो देखना चाहता है मेरे भाण पुराने, पलकें दी अमारी दा महल भेज दीवीजे, इस ईद ते सरकार तेडो ईद दा तोहफा, इस ईद ते सरकार तेडो ईद दा तोहफा, हंज भेज दीवीजे या गजल भेज दीवीजे, कई सर है न पत्थर है न मखलूक दे कठन, कई सिर है न पत्थर है न मखलूक दे कठन, सरवर को तेरे शहर दो वल भेज दीवीजे। बस सारे पार्टिसिपेंट्स को मैं चाहता कि सारे अपना अपना टाइम लान, लिहाजा मैं बस एक छोटा जा कलाम सुनाना चाहता सी, वैसे तो बहुत ज़्यादा ने लेकिन पर अपना टाइम ही नहीं है। ओवर टू यू अफजाल भाई। ये खूबसूरत आवाज़, खूबसूरत सोच ते खूबसूरत ख्यालात दे मालक असर लगारी साहब, मैं तुहाडा शुक्रिया अदा करना वा। टाइम दी नज़ाकत है सारे पार्टिसिपेंट्स को, बाकियां तो गुजारिश है कि सिर्फ 3 मिनट का टाइम जिहड़ा है ना, मैं दावत देंगा सीधा शफीक साहब नूं कि वो अपने इलाके दे एक मशहूर पर्सनैलिटी दे उत्ते ब्रीफ गुफ्तगू। अस्सलाम वालेकुम डियर पार्टिसिपेंट। एक्चुअली पर्सनैलिटी तो बहुत सारी हैं पूरे पंजाब की, लेकिन मैं जिस पर्सनैलिटी की बात करना चाह रहा हूँ वो मेरा दरअसल अपने डिस्ट्रिक्ट की ही है। मैं बात करना चाह रहा हूँ नवाब मुजफ्फर खान की, जिसने जिला मुजफ्फरगढ़ की बुनियाद की। मुजफ्फर खान नवाब शुजा खान सदोजाई के बेटे हैं। ये वो नवाब शुजा खान सदोजाई वो हैं जिन्होंने 1750 में शुजाबाद, जो एक मुल्तान की तहसील है, उसकी बुनियाद रखी थी, उसके बेटे हैं। उनकी वफात के बाद ये दरअसल
1978 में मुल्तान के आखिरी गवर्नर बने और ये दुरानी हुकूमत के आखिरी गवर्नर थे जो मुसलमानों की हुकूमत के बाद रंजीत सिंह आ गया था। अपनी हुकूमत के दौरान इन्होंने 13 साल तक मुजफ्फरगढ़ की निगरानी की और उस दौरान इसने एक किला तमीर किया। इस किले के 4 दरवाजे थे और उसमें एक दरवाज़ा मशरक़ की तरफ जो था उसको मुल्तानी दरवाज़ा कहते हैं, जो जनूब की तरफ था उसको पिशावरी दरवाज़ा कहते हैं, जो शुमाल और मगरब की तरफ था उसको बहावलपुरी और कंधारी दरवाज़ा कहते हैं। ये वो दरवाजे थे जो इन्होंने अपनी बुनियाद रखी और इसको दिफाई लिहाज से मजबूत किया था। 1890 में इन्होंने तैमूर खां जो कि दुरानी हुकूमत के बादशाह थे, इन्होंने यहाँ पे विजिट किया था और इन्होंने काफ़ी इस्तकबाल किया। दरअसल मुजफ्फर खान ने मुजफ्फरगढ़ के लिए बहुत ज़्यादा काम किया। इन्होंने जितनी भी हम नहरें देखते हैं मुजफ्फरगढ़ की, इन्होंने आबपाशी के लिहाज से बहुत काम किया। गरीब तलबा के लिए उन्होंने वज़ाइफ दिए थे और उसके बाद जो गरीब लोग थे उनके लिए सहराय तामीर किया ताकि लोग यहाँ पे गुजर बसर कर सकें। इनको हम नवाब मुजफ्फर खां को शहीद इसलिए कहते हैं कि इन्होंने अपनी जंग में ज़्यादातर सिखों से मुकाबला रहा। 1801 में, 1805 में, 1810 में और 1818 में जो इन्होंने आखिरी जंग लड़ी थी। और इसमें तारीख साज लिखते हैं कि ये 300 मुजाहिदों के साथ नवाब मुजफ्फर खान ने रंजीत सिंह का मुकाबला करते हुए शहीद हुए। और इसका मीज़ार जो बाबा बहाउद्दीन ज़िक्रिया है उनके मीज़ार के बिल्कुल दाएं जानिब है। मेरी तरफ से यही था, मेहरबानी, शुक्रिया। ओके सर जी। अफजाल भाई शुक्रिया शफीक भाई। मैं साढ़े बहुत प्यारे छोटे भाई ने साद बिन खालिद, उन्होंने मैं दावत देंगा कि साउथ पंजाब ਦੇ ਵਿੱਚ ਉਹਨਾਂ ਲੋਕਾਂ ਦੇ ਉੱਤੇ ਰੋਸ਼ਨੀ ਪਾਉਣ ਜਿਨ੍ਹਾਂ ਲੋਕਾਂ ਨੇ ਅੱਲਾਹ ਤੇ ਉਹਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੂੰ ਰਾਜ਼ੀ ਕੀਤਾ। ਸਾਦ ਬਿਨ ਖਾਲਿਦ। जी अफजाल भाई तेरा बहुत बहुत शुक्रिया। उम्मीद है तो सारे को सराकी भी समझ आती हो सी ते तो पता मुल्तान की जेड़ी सरजमीन है पई वो औलिया उल्लाह वास्ते मशहूर है पई ते इतना बहुत ज्यादा औलिया दे मज़ार भी हैं। तो मैं वैसे साडी लोक कल्चर दे विच शाह रुकने आलम दे हवाले नाल एक रिवायत मशहूर है ते मैं वह रिवायत सुनावनी है। और रिवायत यह है कि एक दफा मुल्तान दे विच बारिश नहीं थी पई ते कहत साली का खतरा ही पिया। लोग बड़े परेशान हैं, जिन्हें दे फसलें हैं उन्हें दे फसलें को मसला है ते उमें फसला न थीवन की वजह के अनाज की कहत साली का भी खतरा है। ते सारे लोग टुर के शाह रुकने आलम के आए ते उन्हें शाह रुकने आलम को आखा कि भाई तुसा अल्लाह दे वली वे, तुसा दुआ करो कि बारिश थी वे ताकि कहत साली खत्म थी वे। ते शाह रुकने आलम होनी जिवें वलीउल हैं उन्हें दे दिल विच अवाम दा दर्द ही पिया। उन्हें दुआ की थी, उन्हें जेरे दुआ की थी बारिश ना थी ते वो बड़े परेशान थे कि पता नहीं बारिश क्यों नहीं थी पई। उन्हें वला दुआ की थी, वला भी बारिश ना थी। पिछो जिवें एक वलीउल्लाह को इशारा मिलदे या उनकी रहनुमाई थींदी है, उन्हें को रहनुमाई थी कि फुलां इलाके दे विच एक औरत है पई, दुनियादार औरत है, अगर वो दुआ कर ले तो बारिश भी थी वैसी ते कहत साली का खतरा भी टल वैसी। शाह रुकने आलम बड़े परेशान थे क्योंकि वो औरत जिहड़ी जगह ते रहिंदी है कोई शरीफ बंदा उत्थे नहीं वन सकता। लेकिन क्योंकि अवाम दा दर्द है तो अवाम दे दर्द विच ना उन्हें आखे कि मैं अपना हुलिया बदल गिंदा ते मैं वाला औरत के लगा वेंदा। उन्हें अपना हुलिया बदला, पैरों जुत्ती लहाई ते लगे गए बाजार दे विच को साख सकते। उत्था उन्हें वो औरत को दरखास्त की थी। औरत तो पहले नहीं मनेंदी पई, जेरे नहीं मनेंदी उन्हें वला वाला रिक्वेस्ट की थी, वो वला औरत मान गई। जेरे वो औरत दुआ की थी, वो दुनियादार औरत ने दुआ की थी ते वाला बारिश भी थी गई ते सारे मसाइल भी हल थी गए। वल्ला हजरत शाह रुकने आलम होनी उन्हें ने पूछा कि ये क्या मसला आई पिया, मैं दुआ की थी, मैं अल्लाह दा वली हमी ते बारिश नहीं थी कि तू एक औरत हमें पई, वो भी दुनियादार औरत हमें ते तैं दुआ की थी तो बारिश थी। वल्लाह उन्हें दसे कि मैं को ज्यादा तो पता कोई नहीं, औरत ने दसे मैं को ज्यादा पता कोई नहीं, लेकिन एक दफा मैं अपने काम तो वापस आनी पई मी ते मैं डिठे एक बिल्ली है वो एक टांगे दे तले आ गई है, बड़ी जख्मी है, मैं वो घर च आई हूँ।
घर आके मैं उदी मरहम पट्टी की है, सर्दी है पई, मैं को दूध भी पिलाया थे, वो बस जेर ठीक थी है वाला तो लगी गई है। ते बस उनके बाद मैं को थोड़ी जी बिशारत थी यही कि तैं जरा नेक काम कीते तो तू एक दफा मंगी, एक दुआ तेरी जरूर कबूल थी सी। ते मैं पहले सोचा होया है कि भाई मैं ये दुआ क़यामत वाले दीवार अपने गुनाहें दी माफी मांग के अल्लाह के ने अपनी बख्शिश मांग हिंसा, लेकिन अवाम दी वला जेरे मुश्किल मेरे अगो ही है, मैं वो दुआ आज शाह रुकने आलम तेरे आखण दे उते वो मैं अवाम वास्ते दुआ कर छोड़ी, हुण मेरी डिठी वैसी मेरा क्या बनदा। ते उतो वाला शाह रुकने आलम होनी को बिशारत थी कि बेवान के हूँ एक दुनियादार औरत को दस दे कि भाई ई साल हज दे उते जितने लोग आसन उन्हें सारे दा हज भी कबूल है और वो सारे हजें दा सवाब औरत को भी मिल से। ते ए इतो असा 3-4 सबक कट गिनने। पहला सबक है भैया कलेक्टिविज्म वर्सेस इंडिविजुअलिज्म, के इंडिविजुअल्स दी बजाय कलेक्टिवली सा को सोचना चाहिए। दूजा कोई भी छोटा काम करके एक दुनियादार औरत भी वलीउल्लाह के ने भी उत्ते पहुंच वेंदी है। छोटे जे काम को भी असा साकू को अच्छा करना भी चाहिए तो वो भी नहीं करना चाहिए कि भाई छोटा जिहा काम में तो सब कोई करना चाहिए तो नहीं करना। ये सारे मुल्तान दी शाहरुखने आलम ते शाहरुखने आलम होनी दे मजार दी एक रिवायत है, लोग उन्हें दे हुण मजार ते आंदन ते वाला जुती लहा के आंदन। ते बस मेरी तरफ वही होई, जज़ाकल्लाह, शुक्रिया। बहुत शुक्रिया साद बिन खालिद भाई, जिन्हां लोगों का ये जिक्र है उन्होंने सही हक अदा किते, हक पहचाने। उंज हर इंसान का दिल जिहड़ा है वो अल्लाह ताला दी अमाज गए जो साफ है, नीतां साफ ने ते अल्लाह ताला हर एक दी सुनदा है ते हर एक दी मंनदा है। हाँ असीं इन्हां लोकां दे पैरां दे हक दे बराबर भी नहीं कि बहुत वड्डे लोग सन। मैं दावत देंगा खिजर रज़ाक भाई नूं पंजाबी पोएट्री दे नाल सानू जिहड़ा है अफजाल भाई मेरी हो गई खिजर जहूर साहब ने, नाराज ना हो जाना। खिजर जहूर साहब नहीं, खिजर जहूर साहब कोई बात नहीं। अच्छा, पंजाबी शायरी ਦੇ ਵਿੱਚ ਤਸव्वुफ ਨੂੰ ਬੜੀ ਖਾਸ ਅਹਿਮੀਅਤ ਹਾਸਲ ਹੈ ਤੇ ਇਹਨਾਂ ਤਸव्वुफ ਦੀ ਸ਼ਾਇਰੀ ਕੁਰਾਨ ਹਦੀਸ ਦਾ ਸ਼ੀਸ਼ਾ ਵਿਖਾਉਂਦੀ ਹੈ। ਇੰਜੀ ਬਾਬਾ ਫਰੀਦੁद्दीन ਮਸੂਦ ਗੰਜ ਸ਼ਕਰ ਰਹਿਮਤੁल्लाह अलैह ਦੀ ਸ਼ਾਇਰੀ ਵੀ ਕੁਰਾਨ ਹਦੀਸ ਦੀ ਤਰਜਮਾਨੀ ਕਰਦੀ ਹੈ। ਮੈਂ ਉਹਨਾਂ ਦੀ ਸ਼ਾਇਰੀ ਵਿੱਚੋਂ ਕੁਝ ਬੋਲ ਸਿਲੈਕਟ ਕੀਤੇ ਨੇ ਜਿਹੜੇ ਮੈਂ ਤੁਹਾਡੀ ਖਿਦਮਤ 'ਚ ਪੇਸ਼ ਕਰਾਂਗਾ। कोई बन गया रौनक पखियां दी, कोई बन गया रौनक पखियां दी, कोई छोड़ के शीश महल चलिया, कोई पलिया नास ते नखरियां विच, कोई पलिया नास ते नखरियां विच, कोई रेत गरम ते थल चलिया, कोई भुल गया मकसद आमन दा, कोई भुल गया मकसद आमन दा, कोई करके मकसद हल चलिया। इत्थे हर कोई फरीद मुसाफर है, इत्थे हर कोई फरीद मुसाफर है, कोई अज चलिया कोई कल चलिया। कुछ होर शेर भी तुहाडी खिदमत च पेश करांगा। बाबा जी ने दुनिया के दुखों नूं इंज बयान किया है, फरमांदे ने फरीदा मैं जानिया दुख मुझको दुख सबे जग, फरीदा मैं जानिया दुख मुझको दुख सबे जग, उच्चे चढ़ के वेख्या तां घर घर इहो ही तक। बाबा जी ने इंसान नूं सबर ते शुक्र की भी तलकीन की है। फरमांदे ने फरीदा रुखी सुखी खा के ठंडा पानी पी, फरीदा रुखी सुखी खा के ठंडा पानी पी, बेख भराई चौपड़ी ते ना तरसाई जी। इस तरह बाबा जी ने इंसान को खुद का कंसैप्ट भी दिता है, खुद नूं पहचानने की भी तलकीन की है, गुरूर तकबर नूं खत्म करने का इंसान मशवरा दिता है। फरमांदे ने फरीदा जे तू अकल लतीफ है, फरीदा जे तू अकल लतीफ है, काले लेख ना लेख, अपने गिरेबान विच सर नीवा कर रखे। एक और जगह ते फरमांदे ने फरीदा मैं नूं मुंझ कर, फरीदा मैं नूं मुंझ कर निकी कर कर खोट, बड़े खजाने रब दे जो भावें सो। बहुत शुक्रिया खिजर जहूर भाई। ये वाकई वो लोग सन खूबसूरत जिन्हां दे इश्क अंदर समाया सी। मैं मिस सनम नूं दावत देंगा कि वो अगों होस्ट दे जिहड़े ना फराइज सर अंजाम देन। मिस सनम। अस्सलाम वालेकुम सब नूं।
ਸਭ ਤੋਂ ਪਹਿਲਾਂ ਮੈਂ ਇਨਵਾਈਟ ਕਰਨਾ ਚਾਹਾਂਗੀ ਹੁਸੈਨ ਭਾਈ ਨੂੰ ਕਿ ਆ ਕੇ ਵੀਡੀਓ ਚਲਾਉਣ, ਤੇ ਫਰੀਦ ਭਾਈ ਤੁਹਾਡੇ ਤੋਂ ਬਹੁਤ ਮਾਜ਼ਰਤ ਕਿ ਤੁਹਾਨੂੰ ਥੋੜਾ ਇੰਤਜ਼ਾਰ ਕਰਨਾ ਪਏਗਾ। ਹੁਸੈਨ ਭਾਈ ਜੀ ਮੇਰੇ ਤਰਫੋਂ ਸਾਰੇ ਬੇਲੀ ਮਿੱਤਰਾਂ ਨੂੰ ਤੇ ਸੰਗੀਆਂ ਨੂੰ ਅਸਲਾਮ ਅਲੈਕੁਮ। 12 ਕੌਮਾਂ ਤੇ ਜ਼ੁਬਾਨ ਬਦਲ ਜਾਂਦੀ ਹੈ, ਇਹ ਪੰਜਾਬੀ ਵਿੱਚ ਕਿਹਾ ਜਾਂਦਾ ਹੈ। ਸਰਾਇਕੀ ਤੇ ਪੰਜਾਬੀ ਇੱਕ ਦੂਜੇ ਤੋਂ ਵੱਖੋ ਵੱਖ ਬਿਲਕੁਲ ਵੀ ਨਹੀਂ ਨੇ, ਅਸੀਂ ਇਹਨੂੰ ਇੱਕੋ ਹੀ ਸਮਝਦੇ ਹਾਂ। ਤੇ ਜਦੋਂ ਪੰਜਾਬੀ ਦੀ ਗੱਲ ਆਉਂਦੀ ਹੈ ਤੇ ਸਰਾਇਕੀ ਦੀ ਗੱਲ ਨਾ ਹੋਵੇ, ਇਹ ਨਾਇਨਸਾਫੀ ਹੈ। ਸ਼ਾਕਿਰ ਸ਼ੁਜਾਬਾਦੀ ਮੇਰੇ ਬੜੇ ਫੇਵਰੇਟ ਸਰਾਇਕੀ ਸ਼ਾਇਰ ਨੇ, ਤੇ ਉਹਨਾਂ ਦੀ ਇੱਕ ਵੰਗੀ ਨਾਲ ਆਗਾਜ਼ ਕਰਦੇ ਹਾਂ। ਤੇ ਮੈਂ ਵੀਡੀਓ ਦੇ ਬਾਰੇ ਥੋੜਾ ਜਿਹਾ ਦੱਸ ਦਿਆਂ ਕਿ ਜਦੋਂ ਪੰਜਾਬੀ ਕਲਚਰ ਦੀ ਗੱਲ ਹੁੰਦੀ ਹੈ ਤੇ ਅਸੀਂ ਮੇਲੇ ਦੀ ਰਹਿਤਲ ਨੂੰ ਨਹੀਂ ਭੁੱਲ ਸਕਦੇ। ਮੇਲਾ ਜਿਹੜਾ ਹੈ ਉਹ ਸਾਡੀ ਕਣਕ ਦੀ ਕਟਾਈ ਹੋਵੇ, ਵਿਸਾਖੀ ਦਾ ਆਗਾਜ਼ ਹੋਵੇ, ਕਿਸੇ ਮੌਸਮ ਦਾ ਆਗਾਜ਼ ਹੋਵੇ, ਕਿਸੇ ਸੂਫੀ ਸ਼ਾਇਰ ਦੀ ਬਰਸੀ ਹੋਵੇ ਜਾਂ ਵਿਲਾਦਤ ਹੋਵੇ, ਕਿਸੇ ਔਲੀਆ ਉੱਲਾ ਦੀ ਤਾਰੀਖ ਹੋਵੇ, ਉਹਦੇ ਕਿਸੇ ਤਿਉਹਾਰ ਨੂੰ ਮਨਾਉਣਾ ਹੋਵੇ, ਤੇ ਅਸੀਂ ਮੇਲਾ ਰੱਖਨੇ ਆ ਤੇ ਮੇਲਾ ਮਨਾਉਂਦੇ ਹਾਂ। ਸ਼ਾਕਿਰ ਸ਼ੁਜਾਬਾਦੀ ਇੱਕ ਵੰਗੀ ਨਾਲ ਮੈਂ ਵੀਡੀਓ ਚਲਾਵਾਂਗਾ। ਜਿਹੜਾ ਕੰਮ ਹਾ ਯਾਰ ਰਕੀਬਾਂ ਦਾ ਉਹ ਸਜਣ ਕਰਿੰਦੇ ਰਹਿ ਗਏ, ਜੇ ਕੋ ਆਪਣਾ ਸਮਝ ਕੇ ਹਾਲ ਦਿਤਮ ਮੇਰੀ ਪਾੜ ਪਟੇਂਦੇ ਰਹਿ ਗਏ, ਲਾਤੀਲੀ ਮੇਰੀ झोंपड़ी को हथ पैर सिकेंदे रह गए, बस शाकिर बदले पानी दे पेट्रोल सटेंदे रह गए। अब मैं वीडियो ऑन कर रहा हूँ, मुझे बताइएगा इसकी आवाज आ रही है? जी आवाज कंफर्म कीजिएगा। अनम अभी नहीं आ रही, अभी आप चलाएं। There is no voice. Okay. हुसैन भाई ऑडिबल है। आ रही है आवाज? हाँ जी आ रही है, पर थोड़ी है। मेरी तरफ से तो ये 100 है। चलो दोबारा चलाओ। शुक्रिया हुसैन भाई, बहुत अच्छी पोइट्री आस्ते भी ते बहुत अच्छी वीडियो चलाने आस्ते। साडा पंजाब शुरू तो ही बहुत सोहना है। ते हुण मैं इनवाइट करना चाहांगी फैज फरीद भाई नू। फैज फरीद भाई। शुक्रिया ना। तो मेरे हिस्से में जो आया है वो राजनपुर का ट्राइबल एरिया है। तो उसमें काफ़ी सारे बलोच ट्राइब्स रहते हैं जिनका जो कल्चर है वो तकरीबन पंजाब से मिक्सअप हो चुका है, लेकिन अभी तक वो अपनी जो रिवायात हैं उनको सीने से लगाए हुए हैं। उन्हीं का एक हिस्सा है उनके थोड़े सुपरस्टिशंस, मैंने वो कुछ कलेक्ट किए हैं तो मैं आप लोगों से शेयर करना चाहता हूँ।
जैसे इनका एक होता है जी के बर्दस्त गंज होते हैं, ये ऐसे लोग होते हैं जो शोल्डर बोन का नॉलेज रखते हैं, यानी जो राइट पार्ट ऑफ शोल्डर बोन होता है वो अपने खानदान की किस्मत के बारे में फोरसी करने के काम, सॉरी, और लेफ्ट साइड जो होता है वो अपने दुश्मनों के बारे में बताते हैं। इससे ये प्रिडिक्ट करते हैं कि खुशहाली होगी, मुसीबत होगी, तूफान आएंगे, या इनका ड्यूरेशन क्या होगा, और बारिशें होंगी या कैद साली होगी। इसी तरह जो सीज़न ऑफ ड्राउट होता है उसमें ये 2 बच्चे लेते हैं, एक बच्चे के गले में एक कपड़ा लेते हैं, एक बच्चे के गले में वो कपड़ा बांधते हैं और दूसरा सिरा कपड़े का दूसरे बच्चे के गले में बांधते हैं, और जो तवा होता है उसकी स्याही उनके मुंह पे वो मल देते हैं, और एक लकड़ी की छड़ी लेके ना उस कपड़े को मारते जाते हैं और घर घर जाते हैं वहाँ, और मुट्ठी भर जो दाने होते हैं हर घर से इकट्ठे करते हैं, और फिर जब ये इकट्ठे हो जाते हैं तो एक बर्तन में डाल के ना उबाल लेते हैं और फिर उसको खाते हैं, और 2-3 दिन तक इनका ये बिलीव होता है कि ये बारिश हो जाती है, और जो बच्चे होते हैं ना उनका वो मुंह उसी बारिश के पानी से धोते हैं। और ये टाइफाइड के मरीजों का इलाज ऐसे करते हैं जी कि ऐसा बकरी का बच्चा लेते हैं जो उस वक्त दूध पी रहा होता है, तो उसके माथे से फोरहेड से बाल काट के ना जो मरीज होता है टाइफाइड का उसके गले में वो बांध देते हैं। तो ये इनका बिलीफ होता है कि जी ये अब ये टाइफाइड से छुटकारा हासिल कर लेगा। और इसी तरह इनका होता है नाइट ब्लाइंडनेस का, जो कलेजी होती है, गुर्दे होते हैं, उनको ये रात के वक्त आग पे पका के ना, तो जो मरीज होता है नाइट ब्लाइंडनेस का उसको कहते हैं कि तू अब फोकस कर तारों पे, स्टेयर कर, और तारों पे वो फोकस करता है और साथ साथ वही कलेजी और गुर्दा वो खाता रहता है। इस तरह इनका बिलीफ होता है कि ये ठीक हो जाते हैं। इसी तरह अपने घरों में ये सेह के कांटे रखते हैं, जो हैजहॉज होता है, यानी ये खुशबख्ती की अलामत समझा जाता है। इसी तरह अगर कोई मस्टर्ड ऑयल किसी के हाथ से गिर जाए तो ये भी खुशबख्ती की अलामत समझा जाता है। और सबसे अहम जो है इनका, जो एक कोई प्रेग्नेंट औरत होती है अगर उसमें कोई मेल इशू के साथ हो, अगर कोई घर में सांप आ जाए, अगर वो उसको स्टेयर करे तो सांप अंधा हो जाता है। इसी तरह उसको आसानी से वो मार सकते हैं। अगर फीमेल इशू हो तो सांप अंधा नहीं होता, फिर ये भागते रहते हैं उससे बचने के लिए। अगर किसी के मुंह से कोई लुकमा गिर जाता है तो उसका मजाक उड़ाया जाता है कि कोई भूखा मेहमान आ रहा है तुम्हारा। अच्छा, इसी तरह जी शाम के वक्त ये नमक नहीं देते हमसायों को मांगने पे, ये इसको एसोशिएट किया जाता है कि हमारी खुशबख्ती है, और अगर हम नमक देंगे तो हमारी खुशबख्ती बदबख्ती में बदल जाएगी। इसी तरह ये अपना शाम से सुबह के वक्त तक ये अपना बटवा नहीं खोलते, ना ही उसमें से रकम निकालते हैं, ये भी बुरा शगुन यहाँ समझा जाता है। अगर कोई नया बर्तन खरीदते हैं तो मर्द हजरात उसमें पानी नहीं पीते, वो कहते हैं अगर हम नए बर्तन में पानी पिएंगे तो इससे हमारी इज्जत और पैसा जो है वो ख़त्म हो जाएगा, इसीलिए वो पहले औरतों को देते हैं या बच्चों को देते हैं ताकि इसके जो इविल इफेक्ट्स हैं वो ख़त्म हो जाए। अगर ये है कि अगर गौ होती है एगुआन, और अगर वो रास्ते में आ जाए, रास्ता काट ले, तो उसको नहुसत की अलामत समझा जाता है, तो उस रास्ते पे वो मिट्टी डाल देते हैं। इसी तरह अगर वही गो ईस्टर्न साइड से रास्ता काटे तो ये समझा जाता है कि इस फैमिली में कोई औरत मरेगी, और अगर वेस्टर्न साइड से रास्ता काटे तो ये समझा जाता है कि इस खानदान में कोई अब मर्द मरने वाला है। इसी तरह शाम को ग़ुरूब आफ्ताब के बाद ये खैरात भी नहीं देते, इसको भी ये समझा जाता है कि जो फ़कीर का जो बाउल होता है, बैगर्स बाउल, वो हमारी खुशबख्ती ले जाएगा। और रात के वक्त ये आग भी नहीं देते, और ना ही ये घी देते हैं, ऑयल देते हैं, और रात को चक्की भी नहीं पीसने देते। बस यही थे थोड़े से जो सुपरस्टिशंस, क्योंकि पार्ट होता है किसी भी कल्चरल का एक्टिविटी का। तो दैट्स ऑल फ्रॉम माय साइड, थैंक यू।
ਸ਼ੁਕਰੀਆ ਫਰੀਦ ਭਾਈ। ਬਸ ਤੁਹਾਡੇ ਤੋਂ ਇੱਕ ਗਿਲਾ ਹੈ ਕਿ ਤੁਸੀਂ ਉਰਦੂ ਵਿੱਚ ਸਭ ਕੁਝ ਦੱਸਿਆ, ਪੰਜਾਬੀ ਵਿੱਚ ਨਹੀਂ ਦੱਸਿਆ। ਮੌਕੇ ਦੀ ਮੁਨਾਸਬਤ ਨਾਲ ਚੂੰਕਿ ਆਨਲਾਈਨ ਐਮਪੀ ਰੇਡੀਓ ਤੇ ਇੱਕ ਸ਼ੇਰ ਹੋ ਜਾਏ, ਫੁੱਲਾਂ ਨਾਲ ਗੁਲਾਬਾਂ ਦਾ ਕੀ ਤੁਕ ਬੰਦਾ, ਚੱਪਲ ਨਾਲ ਜਰਾਬਾਂ ਦਾ ਕੀ ਤੁਕ ਬੰਦਾ। ਐ ਸੋਚ ਕੇ ਸਾਰਾ ਪੇਪਰ ਹਾਲੀ ਛੱਡ ਆਇਆ, ਸਵਾਲਾਂ ਨਾਲ ਜਵਾਬਾਂ ਦਾ ਕੀ ਤੁਕ ਬੰਦਾ। ਹੁਣ ਸਨਾ ਸ਼ਰਾਫਤ ਨੂੰ ਮੈਂ ਬੁਲਾਣਾ ਚਾਹਾਂਗੀ ਫਾਰ ਪੰਜਾਬੀ ਪੋਇਟ। अस्सलाम वालेकुम, am I audible? जी जी सना कंटिन्यू करो। मैंने बाबा फरीद गंज शक्कर की पोइट्री से कुछ अशार का इंतखाब किया और इन अशार में बाबा फरीद ने बताया कि इंसान की हकीकत मिट्टी से ज्यादा कुछ नहीं। वेग फरीदा मिट्टी खुली मिट्टी उत्ते मिट्टी डुली, वेग फरीदा मिट्टी खुली मिट्टी उत्ते मिट्टी डुली, मिट्टी हसे मिट्टी रोवे अंत मिट्टी दा मिट्टी होवे। ना कर बंदिया मेरी मेरी ना तेरी ना मेरी, ना कर बंदिया मेरी मेरी ना तेरी ना मेरी, 4 दिना दा मेला दुनिया फिर मिट्टी दी ढेरी। ना कर इत्थे हेरा फेरी मिट्टी नाल ना धोखा कर तू, ना कर इत्थे हेरा फेरी मिट्टी नाल ना धोखा कर तू भी मिट्टी ओ भी मिट्टी। जात पात दी गल्लां कर तू जात भी मिट्टी तू भी मिट्टी, जात पात दी गल्लां कर तू जात भी मिट्टी तू भी मिट्टी, जात सिर्फ खुदा दी उची बाकी सब कुछ मिट्टी मिट्टी, बाकी सब कुछ मिट्टी मिट्टी। शुक्रिया। ਬਹੁਤ ਖੂਬ ਸਨਾ। ਜਿਵੇਂ ਇਮੋਸ਼ਨਲਿਜ਼ਮ ਸਾਡੇ ਪੰਜਾਬ ਦੀ ਇੱਕ ਤਹਿਜ਼ੀਬ ਵੀ ਹੈ ਤੇ ਅਸੀਂ ਰੀਜ਼ਨ ਵੀ ਨਹੀਂ ਦਿੰਦੇ। ਐਸੇ ਮੁਨਾਸਬਤ ਨਾਲ ਪੰਜਾਬੀ ਪੋਇਟਰੀ ਲੈ ਕੇ ਹੁਣ ਹਲੀਲ ਭਾਈ ਨੂੰ ਮੈਂ ਇਨਵਾਈਟ ਕਰਾਂਗੀ ਇੱਕ ਸ਼ੇਰ ਨਾਲ ਦੁੱਖਾਂ ਦੇ ਕਰਾ ਕੇ ਮੁਲਾਕਾਤਾਂ ਸੁਖ ਮਾਹੀ ਨਾਲ ਲੈ ਗਿਆ। ਹਲੀਲ ਭਾਈ। जी शुक्रिया, मेरी तरफों सब नूं सलाम। मैं फैज़ अहमद फैज़ुरां दी एक पंजाबी नज़म जिहड़ी है वो सुनाना चाहांगा। वैसे तो फैज़ साहब जिहड़े ने वो उर्दू के शायर ने, लेकिन पंजाबी ज़बान एक ऐसी मिठी ते ऐसी सुची ज़बान है कि वो भी इहदे असार तो बच नहीं पाए। ते उन्होंने पंजाबी थोड़ी की शायरी, बहुत ही थोड़ी, लेकिन वो बड़ी ढेर चंगी ते बड़ी पैगाम नाल भरपूर है। उन नज़म तुहाडी नज़र विच। रब्बा सच्चिया तू ते आख्या सी, रब्बा सच्चिया तू ते आख्या सी, जाए बंदिया जग दा शाह है तू। साडियां नेमतां तेरियां दौलतां ने, साडा नैब ते आली जां है तू। रब्बा सच्चिया तू ते आख्या सी, जाए बंदिया जग दा शाह है तू। साडियां नेमतां तेरियां दौलतां ने, साडा नैब ते आली जां है तू। इस लारे ते टोर कदी पुछया ही कि इस निमाने नाल बीतियां ने, कदी साड़ भी लई और रब्बा सच्चिया तेरे शाह नाल जग की कीतियां ने। किते दांस पुलिस सरकार दी है, किते दांस पुलिस सरकार दी है, किते धांधली माल पटवार दी है। एवें हड्डां विच कल्पे जान मेरी, जिवें फाई विच कूंज कुरलाउंदी है। चंगा शाह बनाया ही रब साइयां, पौले खांदियां वार नहीं आउंदी। मैनू शाही नहीं चाहिदी रब मेरे, मैनू शाही नहीं चाहिदी रब मेरे, मैं ते इज्जत दा टुकन मंगना वां। मैनू तांग नहीं महला माड़ियां दी, मैं ते जूने दी नुक्कर मंगना वां। मेरी मन्ने ते तेरियां सौ मन्ना, तेरी सौ जो एक भी गल मोड़ा। मेरी मन्ने ते तेरियां सौ मन्ना, तेरी सौ जो एक भी गल मोड़ा। जे ए मंग नहीं पुजदी तै रब्बा, फिर मैं जावां ते रब कोई होर लोड़ा। रब्बा सच्चिया तू ते आख्या सी, जाए बंदिया जग दा शाह है तू। इहदे नाल जी इजाजत चाहांगा। शुक्रिया हलील भाई, बड़ी अच्छी रब नाल ट्रेड है। बुल्ले शाह आख्या ही असा दुनियादारा रब दे नाल भी 400 भी कीती। हुण मैं इनवाइट करना चाहांगी शबाना नज़ीर नू। शबाना नज़ीर फॉर पोएट्री। जलील भाई दी जगह उन्हां रिप्लेस कीता है। जी मेहरबानी अनम। अच्छा मैं अमित शबाना प्रीतम की एक नज़म पढ़ा।
चाहनी हां। जी जी आपकी आवाज में डिस्टॉर्शन है, जरा देख लें अपना कनेक्शन। हाँ जी, अब बेटर है? हाँ जी शबाना, तुसी कंटिन्यू करो। अच्छा, मैं अमृता प्रीतम दी एक नज़म पढ़ना चाहनी हां। अज अखां वारिस शाह नूं कितों कबरां विचों बोल, अज किताबे इश्क दा कोई अगला वर्का कोल। एक रोई सी धी पंजाब दी तूं लिख लिख मारे बैन, अज रखां दियां रोंदियां तिन वारिस शाह नूं कैन। उठ दर्दमंदा दा दर्दिया, उठ वेख अपना पंजाब, अब बेले लाशां विछियां ते लहू दी भरी जनाब। धरती ते जो वसिया ते कबरां पईयां चोन, अज परबत दियां शहजादियां विच मिसालां रोन। अज सभे कैदी बन गए हसन इश्क दे चोर, अज कित्थों लियाइए लभ के वारिस शाह इक होर। अज आखां वारिस शाह नूं कबरां विचों बोल, ते अज किताबे इश्क दा कोई अगला वर्का खोल। शुक्रिया आनंद। जी शबाना, ਤੁਹਾਡਾ ਬਹੁਤ ਸ਼ੁਕਰੀਆ। ਤੇ ਹੁਣ ਮੈਂ ਇਨਵਾਈਟ ਕਰਨਾ ਚਾਹਾਂਗੀ ਤੈਮੂਰ ਉਸਮਾਨ ਨੂੰ ਕਿ ਉਹ ਆਉਣ ਤੇ ਅਗਲੇ ਸਾਰੇ ਪਾਰਟਿਸਿਪੈਂਟਸ ਨੂੰ ਇਨਵਾਈਟ ਕਰਨ ਤੇ ਹੋਸਟਿੰਗ ਦੇ ਫਰਾਈਜ਼ ਸੰਭਾਲਣ। ਉਸ ਤੋਂ ਪਹਿਲਾਂ ਮੈਂ ਆਪਣੇ ਸਾਰੇ ਬੈਚਮੇਟਸ ਜਿਹੜੇ ਮੇਰੇ ਦੋਸਤ ਕੁਵਾਰੇ ਨੇ ਤੇ ਜਿਨ੍ਹਾਂ ਨੇ ਆਹਦ ਨੂੰ ਸ਼ਦੀਦ ਸਿੰਗਲ ਆਂਦੇ ਨੇ ਤੇ ਜਿਹੜੇ ਆਂਦੇ ਨੇ ਸਾਡੀ ਥੋੜੀ ਜੀ ਮੰਗਣੀ ਨਹੀਂ ਹੋਈ, ਉਹਨਾਂ ਨੂੰ ਇੱਕ ਸ਼ੇਅਰ ਡੈਡੀਕੇਟ ਕਰਕੇ ਆਪਣੀ ਤਰਫੋਂ ਐਂਡ ਕਰਨਾ ਚਾਹਾਂਗੀ। ਮੈਨੂੰ ਵੀ ਹੱਸਣ ਜੋਗਾ ਕਰ ਦੇ, ਕਿਧਰੇ ਵਸਣ ਜੋਗਾ ਕਰ ਦੇ, ਮੇਰਾ ਵੀ ਕੋਈ ਹੋਵੇ ਸਾਈ ਜਗ ਨੂੰ ਦੱਸਣ ਜੋਗਾ ਕਰ ਦੇ। ਸਾਰੇ ਮੇਰੇ ਦੋਸਤ ਬੈਚਮੇਟ ਜਿਹੜੇ ਕਿ ਖੁਦ ਨੂੰ ਇਹ ਕਹਿੰਦੇ ਨੇ ਸਮਝ ਗਏ ਹੁੰਦੇ। ਹੁਣ ਮੈਂ ਤੈਮੂਰ ਉਸਮਾਨ ਨੂੰ ਕਹਾਂਗੀ ਆਉਣ ਤੇ ਅੱਗੂ ਹੋਸਟਿੰਗ ਦੇ ਫਰਾਈਜ਼ ਸਾਰੇ ਅੰਜਾਮ ਦੇਣ। ਸ਼ੁਕਰੀਆ ਬੜਾ। अस्सलाम वालेकुम ते सारिਆਂ ਨੂੰ ਬਹੁਤ ਖੁਸ਼ਾਮਦੀਦ। मिस अनम ने ਜਾਂਦੇ ਜਾਂਦੇ ਉਹ ਹਾਲ ਕੀਤਾ ਨਾ ਕਿ ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਝ ਸਾਨੂੰ ਮਰਨ ਦਾ ਸ਼ੌਕ ਵੀ ਸੀ ਤੇ ਉਹ ਵਾਲਾ ਹਾਲ ਹੋਇਆ ਸਾਡਾ। ਕੋਈ ਗੱਲ ਨਹੀਂ, ਹੁਣ ਜਿਹੜਾ ਹੈ ਅਸੀਂ ਆਹਿਸਤਾ ਆਹਿਸਤਾ ਜਿਹਾ ਵਧਾਂਗੇ ਇਖਤਤਾਮ ਦੀ ਤਰਫ ਇਸ ਸਾਰੇ ਦੇ, ਤੇ ਕੋਸ਼ਿਸ਼ ਕਰਾਂਗੇ ਕਿ ਵੇਲੇ ਨਾਲ ਜਿਹੜੀਆਂ ਚੀਜ਼ਾਂ ਨੇ ਮੁਕਾ ਲਈਏ ਆਪਾਂ। ਤੇ ਹੁਣ ਮੈਂ ਦਾਵਤ ਦੇਣਾ ਚਾਹਾਂਗਾ ਪੰਜਾਬੀ ਸ਼ਾਇਰੀ ਵਾਸਤੇ ਸਾਜਿਦ ਇਕਬਾਲ ਭਾਈ ਨੂੰ ਕਿ ਉਹ ਆਣ ਤੇ ਆਪਣੀ ਜਿਹੜੀ ਸ਼ਾਇਰੀ ਹੈ ਉਹਦੇ ਨਾਲ ਸਾਨੂੰ ਮਹਿਸੂਸ ਕਰਨ। जी बहुत बहुत बल्कि बहुत शुक्रिया वीर दा। मैं अपना तजम्मल कलीम साहब ने पंजाबी दे बड़े अच्छे शायर ने, उन्हां दी एक दो गज़लां जेहड़ा ना वो पेश करदा। रूप कोई जागीर नहीं होंदी, रूप कोई जागीर नहीं होंदी, हीर भी एक दिन हीर नहीं होंदी। शीशे सावें मैं ही होना, विच मेरी तस्वीर नहीं होंदी। शुक्र है पाटे जगे विच आं, इत्थे तन ते लीर नहीं होंदी। अगला शेर बहुत अच्छा है। बंदे नूं कुछ कर देंदी है, बंदे नूं कुछ कर देंदी है, दौलत आप अमीर नहीं होंदी। लभो कौन है लुटन वाला, जो भी है तकदीर नहीं होंदी। ते एक दूसरी छोटी जी गजल है। बदला वांग नहीं गजदे बंदे, बदला वांग नहीं गजदे बंदे, वसन कसरां अज दे बंदे। तूजे पल्लू कीता होंदा, तूजे पल्लू कीता होंदा, कद्दां विच ना वजदे बंदे। रब्बा तैनू थोड़े केड़ी, रब्बा तैनू थोड़े केड़ी, तैथों भी नहीं रजदे बंदे। कसमें मंजिल मिल जानी सी, कसमें मंजिल मिल जानी सी, एक पासे जे भजदे बंदे।
दोवां सदियां तिकर जीना, दोवां सदियां तिकर जीना, ਚੱਜ ਦੇ ਸ਼ੇਰ ਤੇ ਚੱਜ ਦੇ ਬੰਦੇ। ਬਹੁਤ ਬਹੁਤ ਸ਼ੁਕਰੀਆ ਜੀ। जी ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾजिद भाई। ਤੇ ਵਕਤ ਦੀ ਤੰਗੀ ਦੀ ਵਜ੍ਹਾ ਤੋਂ ਹੁਣ ਮੈਂ ਚਾਹਾਂਗਾ ਕਿ ਮੈਂ ਜ਼ਰਾ ਜਿਹੜੀ ਅਸੀਂ ਇੱਕ ਮਹਿਫਿਲ ਸਜਾਈ ਸੀ ਮਿੱਤਰਾਂ ਵਾਸਤੇ ਉਹਨੂੰ ਇਖਤਤਾਮ ਦੇ ਵੱਲ ਲੈ ਕੇ ਚੱਲਾਂ ਤੇ ਜਿਹੜੇ ਲੋਕ ਰਹਿ ਗਏ ਨੇ ਉਹਨਾਂ ਕੋਲੋਂ ਮੇਰੀ ਮਾਜ਼ਰਤ ਹੈ। ਅਸੀਂ ਰਲ ਕੇ ਇਨਬਾਕਸ ਵਿੱਚ ਵੀ ਮਾਜ਼ਰਤ ਕਰ ਲਾਂਗੇ ਬਾਅਦ ਵਿੱਚ। ਤੇ ਹੁਣ ਜਿਹੜਾ ਹੈ ਅਸੀਂ ਇਖਤਤਾਮ ਵੱਲ ਚੱਲਾਂਗੇ ਤੇ ਥੋੜੀ ਜਿਹੀ ਇੱਕ ਗੱਲ तमाम ਦੋਸਤਾਂ ਵਾਸਤੇ तमाम ਮਿੱਤਰਾਂ ਵਾਸਤੇ ਕਿ ਇੱਕ ਛੋਟੀ ਜਿਹੀ ਕਾਵਿਸ਼ ਸੀ, ਇੱਕ ਕੋਸ਼ਿਸ਼ ਸੀ ਸਾਡੀ ਤੁਸੀਂ ਲੋਕਾਂ ਵਾਸਤੇ। ਅਸੀਂ ਸਾਰੇ ਜਣੇ ਆ ਪੰਜਾਬ ਤੋਂ ਤਾਲੁਕ ਰੱਖਦੇ ਹਾਂ। ਅਸੀਂ ਜਿਹੜਾ ਵੀ ਕਹੀਏ ਭਾਵੇਂ ਅਸੀਂ ਪੰਜਾਬੀ ਬੋਲਦੇ ਹੋਈਏ, ਭਾਵੇਂ ਅਸੀਂ ਹਿੰਦੂਕੋ ਬੋਲਦੇ ਹੋਈਏ, ਭਾਵੇਂ ਅਸੀਂ ਸਰਾਇਕੀ ਬੋਲਦੇ ਹੋਈਏ, ਭਾਵੇਂ ਅਸੀਂ ਰਿਆਸਤੀ ਜ਼ੁਬਾਨ ਬੋਲਦੇ ਹੋਈਏ, ਅਸੀਂ ਸਾਰੇ ਇੱਕ ਲੜੀ 'ਚ ਪਿਰੋਏ ਹਾਂ। ਤੇ ਉਹ ਲੜੀ ਹੈ ਉਹ ਪੰਜਾਬ ਦੀ ਹੈ। ਇਹ ਉਹ ਲੜੀ ਹੈ ਜਿਹੜੀ ਖੁਸ਼ਾਬ ਦੇ ਪਹਾੜਾਂ ਤੋਂ ਲੈ ਕੇ ਤੇ ਬਹਾਵਲਪੁਰ ਦੇ ਸਹਿਰਾ ਤੇ ਰੋਹੀ ਤੇ ਥਲ ਦੇ ਸਹਿਰਾਵਾਂ ਤੱਕ ਫੈਲੀ ਹੈ। ਤੇ ਅੱਜ ਦੀ ਜਿਹੜੀ ਕਾਵਿਸ਼ ਸੀ, ਇੱਕ ਮਹਿਫਿਲ ਜਿਹੜੀ ਇੱਕ ਬੈਠਕ ਅਸੀਂ ਸਜਾਈ ਸੀ, ਉਹ ਇਸ ਵਾਸਤੇ ਸੀ ਕਿ ਤੁਹਾਨੂੰ ਤੁਹਾਡੇ ਕਲਚਰ ਤੇ ਤੁਹਾਡੇ ਜਿਹੜੇ ਪੁਰਖ ਨੇ ਉਹਨਾਂ ਦੇ ਪੁਰਖਾਂ ਦੇ ਕਲਚਰ ਨਾਲ ਜਿਹੜਾ ਹੈ ਇੱਕ ਥੋੜਾ ਜਿਹਾ ਤਾਲੁਕ ਜਿਹੜਾ ਹੈ ਉਹ ਜੋੜਿਆ ਜਾਵੇ। ਤੇ ਆਖਿਰ ਵਿੱਚ ਮੈਂ ਇੱਕ ਛੋਟਾ ਜਿਹਾ ਕਲਾਮ ਹੈ ਹਜ਼ਰਤ ਬਾਬਾ ਗੁਲਾਮ ਫਰੀਦ ਦਾ, ਉਹ ਪੜ੍ਹਨਾ ਚਾਹਾਂਗਾ ਤੇ ਇਖਤਾਮ ਕਰਨਾ ਚਾਹਾਂਗਾ। ਕੋਈ ਬਣ ਗਿਆ ਰੌਣਕ ਪੱਖਿਆਂ ਦੀ, ਕੋਈ ਬਣ ਗਿਆ ਰੌਣਕ ਪੱਖਿਆਂ ਦੀ, ਕੋਈ ਛੱਡ ਕੇ ਸ਼ੀਸ਼ ਮਹਿਲ ਚਲਿਆ, ਕੋਈ ਪੁਲੀਆਂ ਨਾਸ ਤੇ ਨਖਰਿਆਂ ਵਿੱਚ, ਕੋਈ ਪਲਿਆ ਨਾਸ ਤੇ ਨਖਰਿਆਂ ਵਿੱਚ, ਕੋਈ ਰੇਤ ਗਰਮ ਤੇ ਥਲ ਚਲਿਆ, ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹਲ ਚਲਿਆ। ਇੱਥੇ ਹਰ ਕੋਈ ਫਰੀਦ ਮੁਸਾਫਿਰ ਹੈ, ਇੱਥੇ ਹਰ ਕੋਈ ਫਰੀਦ ਮੁਸਾਫਿਰ ਹੈ, ਕੋਈ ਅੱਜ ਚਲਿਆ ਕੋਈ ਕੱਲ ਚਲਿਆ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਸਾਡਾ ਸਾਥ ਦੇਣ ਦਾ ਤੇ ਅੱਲਾਹ ਤਾਲਾ ਤੁਸੀਂ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ ਰੱਖੇ ਤੇ ਜ਼ਿੰਦਗੀ 'ਚ ਬਹੁਤ ਜ਼ਿਆਦਾ ਕਾਮਯਾਬੀਆਂ ਦੇਵੇ। ਅੱਲਾਹ ਸੋਹਣੇ ਦੇ ਹਵਾਲੇ। सर सुहेल जी सर जे तुसी है वो तो प्लीज ज्वाइन कर लो। जी जी बताइएगा सर आप भी आज सर तुसी भी आज पंजाबी ना लैंड करोगे। डांट ते तुसी अगे मेनू लेंदे हो, एक बारी और डांट लो। अच्छा पहली दफा आज मैंने रियलाइज हो रहा है कि पंजाबी किसी फोरम के उत्ते बोलना बड़ा औखा काम है। मैं ठीक बोल रहा हूँ सर? बड़ी सोहनी बोलदे पे बहुत वधिया बोल रहे हो, बहुत वधिया। देखें घर देखो ਅਸੀਂ ਪੰਜਾਬੀ ਬੋਲਦੇ ਰਹਿੰਦੇ ਆ ਪਰ ਕਿਸੇ ਫੋਰਮ ਦੇ ਉੱਤੇ ਬੋਲਣਾ ਬੜਾ ਔਖਾ ਕੰਮ ਹੈ। तो सर एक शेर भी हो जाए थोड़े वाले। ਤੁਸੀਂ ਤਾਂ कमाल सोहनी पंजाबी बोलदे हो, एक शेर भी सुना दो सर। वो मुकरम ने एक पढ़ी थी मुनीर नियाजी की, एंड छोड़ दिया था, वो मुझे कुछ याद आ रहा है। कुछ उंज भी रावां औखियां सन, कुछ गले च गम दा तोक भी सी, कुछ शहर दे लोग भी जालम सन, कुछ सानू मरन दा शौक भी सी। ये मेरे बड़े फेवरेट जो है वो अशार हैं कुछ मुनीर नियाजी के। होप सो के आपको अच्छे लगे होंगे। एनी हाउ आप लोगों ने लिटरेरी कमेटी ने बहुत अच्छा इवेंट अरेंज किया। मैं वेल डन कहूँगा आप सारों को, और कुछ लोगों को जिन्होंने जो गेटअप किया हुआ था वो भी बड़ा अच्छा था। पगड़ियाँ शगड़ियाँ पहनी हुई आप लोगों ने, अच्छे लग रहे हैं। बेसिकली देखें यही हमारा कल्चर है और हम लोग इसको भूलते जा रहे हैं, तो हमें इसको प्रमोट करना चाहिए क्योंकि इसी से ही जो है वो कौमों की शनाख्त होती है।